बोले सोने हाल सास श्री अकाल। गुरु कृपा करो दीन के दाते, मेरा गुण अवगण ना विचारो कोई। मट्टी का क्या तोपै स्वामी, मानस के गत ही आप लिए लड़ लाए दर दरवेश से। तिन धन जणदी माओ, आए सफल से। तिन धन जणदी माओ, आए सफल से। रिपीट छड्डो थोड़ी जी। गुर सिखी पाना मन्निया, गुर पूरा पार लंघाए। गुर सिखां की हर धूड़ दे, हम पापी भी गत पाहे। गुर सिखां की हर धूड़ दे, हम पापी भी गत पाहे। परम सन्मानी योग जुगो जुग टल चवर छत्र तखत दे मालिक, दया सिंध कृपा निध धन धन आद साहिब श्री गुरु ग्रंथ साहिब महाराज जी दी पावन पवित्र हजूरी अंदर जुड़ बैठे सर्वत्र माई भाई बहुत वड्डे भागां वाले हो, जो इस संसारक पदार्थवादी माहौल विचों समा कढ़ के सत्कारयोग बाबा महिमा जियां दे पावन पवित्र स्थान ते सालाना गुरमत समागमां विच हाज़रियां भर के लाहे प्राप्त कर रहे हो। बहुत ही प्यार दे नाल सतगुरु गुरु रामदास महाराज जियां दे प्यारे कीर्तनीय भाई साहब भाई गुरदेव सिंह जी कुहाड़का, तिन्हां दे समुचे जथे पासों आप जियां ने इलाही बाणी दे रस पिन्ने शब्द कीर्तन सरवण कीते हन। उपरंत स्टेज तो
ਬਾਬਾ ਜੀ ਦੀ ਮਹਿਮਾ ਵਡਿਆਈ ਸੋਭਾ ਇਤਿਹਾਸ ਰੂਪ ਗੱਲਾਂ ਸਰਵਣ ਕੀਤੀਆਂ ਹਨ। ਆਓ ਸਾਧ ਸੰਗਤ ਜਿੰਨੇ ਵੀ ਸਰੀਰ ਜੁੜ ਬੈਠੇ ਹੋ, ਤੁਹਾਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿ ਕਿਰਪਾ ਕਰਕੇ ਚੁੱਪ ਦਾ ਦਾਨ ਤੇ ਇਕਾਗਰਤਾ ਬਖਸ਼ਿਸ਼ ਕਰੋ। ਜਿਨ੍ਹਾਂ ਭੈਣਾਂ ਦੇ ਕੋਲ ਛੋਟੇ ਬੱਚੇ ਹਨ, ਉਹਨਾਂ ਨੂੰ ਅਦਬ ਸਤਿਕਾਰ ਸਹਿਤ ਬੇਨਤੀ ਹੈ ਉਹ ਪੰਡਾਲ ਦੇ ਪਿਛਲੇ ਪਾਸੇ ਬੈਠਣ ਦੀ ਕਿਰਪਾਲਤਾ ਕਰਨ। ਬਾਕੀ ਜਿੰਨੇ ਵੀ ਸਰੀਰ ਵੱਡੀਆਂ ਉਮਰਾਂ ਦੇ ਬਜ਼ੁਰਗ ਜਾਂ ਭੈਣਾਂ ਵੀਰ ਹਨ, ਉਹਨਾਂ ਨੂੰ ਬੇਨਤੀ ਹੈ ਉਹ ਦੀਵਾਨ ਵਿੱਚ ਅੱਗੇ ਬੈਠਣ ਦੀ ਕਿਰਪਾਲਤਾ ਕਰਨ, ਕਿਉਂਕਿ ਸਾਧ ਸੰਗਤ ਇਹ ਬਹੁਤ ਜ਼ਰੂਰੀ ਹੈ। ਆਪਾਂ ਸੰਗਤ ਵਿੱਚ ਕਿਵੇਂ ਬੈਠਦੇ ਹਾਂ। ਸਤ ਸੰਗਤ ਨੂੰ ਬਹੁਤ ਵੱਡੀ ਵਡਿਆਈ ਬਖਸ਼ਿਸ਼ ਕੀਤੀ ਹੈ। ਕਦੇ ਇੱਕ ਦੁਨਿਆਵੀ ਵਿੱਦਿਆ ਜਿਹਨੂੰ ਅਕੈਡਮਿਕ ਐਜੂਕੇਸ਼ਨ ਕਹਿੰਦੇ ਆ, ਸਕੂਲ ਵਿੱਚ ਸਿੱਖਣ ਵਾਸਤੇ ਕਲਾਸ ਦੇ ਅੰਦਰ ਟੀਚਰ ਸਟੂਡੈਂਟ ਬਿਠਾਉਂਦਾ ਹੈ। ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ ਕਿ ਪਹਿਲੇ ਡੈਸਕ ਤੇ 2 ਕੁ ਬਿਠਾ ਲਏ, ਫਿਰ 2 ਕੁ ਡੈਸਕ ਖਾਲੀ ਛੱਡ ਦਿੱਤੇ, ਫਿਰ ਪਿੱਛੇ 2 ਕੁ ਜਣੇ ਬਹਿ ਗਏ। ਜੇ ਇਸ ਤਰ੍ਹਾਂ ਲੋਕ ਉਹ ਪੜ੍ਹਨ ਵਾਲੇ ਸਟੂਡੈਂਟ ਬੈਠੇ ਹੋਣ ਤਾਂ ਟੀਚਰ ਦੀ ਇਕਾਗਰਤਾ ਕਦੇ ਵੀ ਨਹੀਂ ਬਣ ਸਕਦੀ। ਉਹਨੂੰ ਇੱਕ ਲਾਈਨ ਵਿੱਚ ਸਟੂਡੈਂਟ ਸਹੀ ਦਸ਼ਾ 'ਚ ਬਿਠਾਉਣੇ ਪੈਂਦੇ ਨੇ, ਔਰ ਉਹ ਤਾਂ ਕੱਦ ਵਾਈਜ਼ ਬਿਠਾਉਂਦਾ ਹੈ। ਥੋੜੇ ਮਧਰੇ ਕੱਦ ਦੇ ਅੱਗੇ ਬੈਠਣ, ਲੰਬੇ ਕੱਦ ਦੇ ਪਿੱਛੇ, ਕਿਉਂ? ਤਾਂ ਜੋ ਟੀਚਰ ਨੂੰ ਸਹੀ ਤਰੀਕੇ ਨਾਲ ਫੋਲੋ ਕਰ ਸਕਣ। ਇਸ ਤਰ੍ਹਾਂ ਸਾਧ ਸੰਗਤ ਵਿੱਚ ਬੈਠਣ ਦਾ ਨਿਯਮ ਹੈ। ਕਥਾ ਦੀ ਜ਼ਰੂਰਤ ਛੋਟੇ ਬੱਚਿਆਂ ਨੂੰ ਨਹੀਂ, ਕਥਾ ਦੀ ਜ਼ਰੂਰਤ ਆਪਾਂ ਨੂੰ ਵੱਡਿਆਂ ਦੀ, ਕਿਉਂਕਿ ਆਪਾਂ ਵੱਡੇ ਹਾਂ, ਆਪਾਂ ਨੂੰ ਸਮਝਣ ਦੀ ਲੋੜ ਹੈ। ਇਸ ਲਈ ਜਿਨ੍ਹਾਂ ਕੋਲ ਛੋਟੇ ਬੱਚੇ ਹਨ, ਉਹ ਨਿਯਮ ਹੈ ਸੰਗਤ ਵਿੱਚ ਉਹ ਪਿੱਛੇ ਬੈਠਣ, ਕਿਉਂਕਿ ਬੱਚੇ ਨੂੰ ਕਥਾ ਦੀ ਜ਼ਰੂਰਤ ਨਹੀਂ। ਉਹ ਇੱਕ ਆਪਣੀ ਮਸਤ ਉਮਰ ਬਤੀਤ ਕਰ ਰਿਹਾ ਹੈ। ਉਹਦੇ ਵਾਸਤੇ ਸਾਧ ਸੰਗਤ ਸਭ ਕੁਝ ਸੰਸਾਰ ਖੇਡ ਹੈ। ਇਸ ਲਈ ਜਦੋਂ ਉਹ ਬੱਚੇ ਮੋਹਰੇ ਬੈਠਦੇ ਹਨ ਤਾਂ ਕਈ ਵਾਰ ਡਿਸਟਰਬੈਂਸ ਹੁੰਦੀ। ਸੋ ਆਓ, ਤੁਸੀਂ ਬਹੁਤ ਸੁਲਝੇ ਹੋਏ ਪਿਆਰ ਵਾਲੇ ਹੋ। ਜਿੰਨੀਆਂ ਵੀ ਸੰਗਤਾਂ ਜੁੜ ਬੈਠੀਆਂ ਨੇ ਜਾਂ ਕੋਈ ਸੇਵਾਦਾਰ ਕਿਸੇ ਸੇਵਾ ਵਿੱਚ ਮਸ਼ਰੂਫ ਹੈ, ਸਭ ਤੋਂ ਪਹਿਲਾਂ ਹਾਜ਼ਰੀ ਲਾਓ। ਦੋਵੇਂ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸੀਸ ਝੁਕਾ ਕੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਆਖਿਆ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਬਾਣੀ ਪੜ੍ਹੀਏ ਤਾਂ ਪਾਤਸ਼ਾਹ ਨੇ ਬਹੁਤ ਹੀ ਅਨੋਖੀ ਗੁਰਮਤ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤੀ। ਔਰ ਸਾਧ ਸੰਗਤ ਜਿੱਥੇ ਗੁਰੂ ਦੀ ਵਡਿਆਈ ਹੈ, ਅਕਾਲ ਪੁਰਖ ਪਰਮੇਸ਼ਰ ਦੀ ਵਡਿਆਈ ਹੈ ਔਰ ਗੁਰੂ ਪਰਮੇਸ਼ਰ ਦੀ ਵਡਿਆਈ ਹੈ, ਉੱਥੇ ਕਮਾਲ ਦੀ ਗੱਲ ਗੁਰਸਿੱਖਾਂ ਦੀ ਵੀ ਵਡਿਆਈ ਹੈ। ਪਹਿਲਾਂ ਸਤਿਗੁਰੂ ਅਕਾਲ ਪੁਰਖ ਹੁਕਮ ਕਰਦਾ ਹੈ, ਜੇ ਰੱਬ ਨੂੰ ਮਿਲਣਾ ਤੇ ਭਾਈ ਗੁਰੂ ਕੋਲ ਜਾਓ, ਬਾਣੀ ਪੜੋ। ਤਾਂ ਮਹਾਰਾਜ ਕਹਿਣਗੇ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੇ, ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੇ। ਪਹਿਲਾਂ ਧੁਰ ਕੀ ਬਾਣੀ ਵਾਹ ਵਾਹ ਬਾਣੀ ਨਿਰੰਕਾਰ ਹੈ। ਗੁਰੂ ਗ੍ਰੰਥ ਸਾਹਿਬ ਵਿੱਚੋਂ ਉਪਦੇਸ਼ ਤੁਹਾਨੂੰ ਸੁਣਾਈ ਦੇਗਾ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨ ਹੋਏ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨ ਹੋਏ। ਇਹ ਗੱਲ ਕਹਿਣਗੇ, ਭਾਈ ਗੁਰੂ ਕੋਲ ਜਾਓ ਜੇ ਰੱਬ ਦਾ ਗਿਆਨ ਲੈਣਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹੇਗੀ, ਜੇ 100 ਚੰਦਾ ਉਗਮੈ, ਸੂਰਜ ਚੜੇ 1000, ਇੰਨਾ ਤੇਰੇ ਕੋਲ ਗਿਆਨ ਚਾਨਣ ਹੋਵੇ, ਇੱਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇਹਦਾ ਮਤਲਬ ਰੱਬ ਨੂੰ ਮਿਲਣ ਵਾਸਤੇ ਗੁਰੂ ਕੋਲ ਜਾਣਾ ਪਏਗਾ।
ਰੱਬ ਨੂੰ ਮਿਲਣ ਵਾਸਤੇ ਗੁਰੂ ਦਾ ਗਿਆਨ ਸਮਝਣਾ ਪਏਗਾ। ਰੱਬ ਤੱਕ ਕੋਈ ਡਾਇਰੈਕਟ ਨਹੀਂ ਪਹੁੰਚ ਸਕਦਾ, ਉਹਦੇ ਵਾਸਤੇ ਪਹਿਲਾਂ ਗੁਰੂ ਦੀ ਪ੍ਰਕਿਰਿਆ ਜ਼ਰੂਰੀ ਹੈ, ਉਹਨੂੰ ਗੁਰੂ ਧਾਰਨ ਕਰਨਾ ਪਏਗਾ। ਇਹਦੇ ਬਹੁਤ ਸਾਰੇ ਹਵਾਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ, ਭਾਈ ਗੁਰਦਾਸ ਸਾਹਿਬ ਦੀਆਂ ਪੌੜੀਆਂ ਵਿੱਚੋਂ ਤੇ ਇਤਿਹਾਸ ਵਿੱਚੋਂ ਮਿਲਣਗੇ। ਮੈਂ ਸਿਰਫ ਸੰਖੇਪ ਵਿੱਚ ਥੋੜੇ ਮਿੰਟਾਂ 'ਚ ਕਹਿਣਾ ਹੈ, ਕਿਉਂਕਿ ਟਾਈਮ ਉਨਾ ਕੁ ਹੈ, ਆਪਾਂ ਕਿਸੇ ਵਿਸ਼ੇ ਨੂੰ, ਸਬਜੈਕਟ ਨੂੰ ਕਵਰ ਕਰਾਂਗੇ। ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਪੌੜੀ ਲਿਖੀ ਹੈ, ਉਸ ਪੌੜੀ ਵਿੱਚ ਉਹਨੇ ਦੋ ਸਮਕਾਲੀ ਭਗਤਾਂ ਦਾ ਜ਼ਿਕਰ ਕੀਤਾ ਹੈ। ਸਮਕਾਲੀ ਕਹਿੰਦੇ ਨੇ ਜਿਹੜੇ ਇੱਕੋ ਟਾਈਮ ਤੇ ਹੋਏ ਹੋਣ, ਜਿਨ੍ਹਾਂ ਦਾ ਜਨਮ ਪੀਰੀਅਡ ਜਿਹੜਾ ਹੈ, ਉਹ ਜੀਵਨ ਯਾਤਰਾ ਪੀਰੀਅਡ ਜਿਹੜਾ ਉਹ ਬਰਾਬਰ ਹੋਵੇ, ਭਾਵ ਹਮ ਉਮਰ ਜੇ ਇੱਕ ਉਮਰ ਦੇ, ਇੱਕੋ ਜੀਵਨ ਦੇ, ਇੱਕੋ ਲਾਈਫ ਵਿੱਚ ਇੱਕੋ ਟਾਈਮ ਤੇ ਹੋਣ। ਜਿਵੇਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਤੇ ਬਾਬਾ ਮਹਿਮਾ ਸਾਹਿਬ ਜੀ, ਇਦਾਂ ਦੋ ਭਗਤ ਸਮਕਾਲੀ ਇੱਕੋ ਟਾਈਮ ਤੇ ਹੋਏ, ਔਰ ਦੋਵਾਂ ਦਾ ਪਿੰਡ ਵੀ ਇੱਕੋ ਹੀ, ਨਾਲ ਨਾਲ ਵਸਤੀ। ਉਹ ਦੋਵੇਂ ਭਗਤ, ਉਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਹੈ। ਇੱਕ ਭਗਤ ਬਹੁਤ ਉੱਚੀ ਜਾਤ ਦਾ ਹੈ, ਇੱਕ ਭਗਤ ਥੋੜਾ ਨੀਵੀਂ ਜਾਤ ਦਾ ਹੈ। ਆਪਸ ਵਿੱਚ ਪਿਆਰ ਕਾਹਦਾ ਪੈ ਗਿਆ? ਭਗਤੀ ਦਾ। ਜਿੱਥੇ ਭਗਤੀ ਹੋਵੇ ਉੱਥੇ ਜਾਤ ਬਰਾਦਰੀ ਕੋਈ ਮਾਇਨਾ ਨਹੀਂ ਰੱਖਦੀ। ਜਿੱਥੇ ਅਕਾਲ ਪੁਰਖ ਦਾ ਨਾਮ ਹੈ ਉੱਥੇ ਸਾਧ ਸੰਗਤ ਨਾ ਜਾਤ ਹੈ ਨਾ ਪਾਤ ਹੈ। ਤਾਂ ਉਹ ਫਿਰ ਭਗਤ ਉੱਚੀ ਜਾਤ ਵਾਲੇ ਤਰਲੋਚਨ ਜੀ ਹਰ ਰੋਜ਼ ਚੱਲ ਕੇ ਕੱਪੜੇ ਸੀਣ ਵਾਲੇ ਭਗਤ ਨਾਮਦੇਵ ਦੇ ਕੋਲ ਆਉਂਦੇ ਨੇ। ਆ ਕੇ ਘੰਟਿਆਂ ਵੱਧੀ ਉਹ ਰੱਬ ਦਾ ਸਿਮਰਨ ਕਰਦੇ ਨੇ। ਕੋਲ ਬੈਠਿਆਂ ਭਗਤ ਨਾਮਦੇਵ ਕੱਪੜੇ ਸਿਉਂਦੇ ਨੇ। ਤਰਲੋਚਨ ਜੀ ਕੋਲ ਬਹਿ ਕੇ ਕਹਿੰਦੇ ਨੇ, ਨਾਮਦੇਵ ਰੱਬ ਦੀ ਕੋਈ ਗੱਲ ਸੁਣਾ। ਘੰਟਿਆਂ ਵੱਧੀ ਕਥਾ ਵਿਚਾਰ ਰੱਬ ਦੀਆਂ ਸਾਖੀਆਂ ਸੁਣਨੀਆਂ, ਫਿਰ ਉੱਠ ਕੇ ਆਪਣੇ ਘਰ ਨੂੰ ਟੁਰ ਜਾਣਾ। ਇੱਕ ਦਿਨ ਤਰਲੋਚਨ ਨੂੰ ਸ਼ੱਕ ਹੋਈ ਤੇ ਭਗਤ ਤਰਲੋਚਨ ਕਹਿੰਦਾ, ਨਾਮਦੇਵ ਮੈਨੂੰ ਲੱਗਦਾ ਤੂੰ ਝੂਠ ਸੁਣਾਉਂਦਾ। ਸਾਧ ਸੰਗਤ ਤੇ ਸ਼ੱਕ ਕਿਸੇ ਨੂੰ ਵੀ ਹੋ ਸਕਦਾ ਹੈ। ਵੱਡੇ ਵੱਡੇ ਭਗਤਾਂ ਨੂੰ ਸ਼ੱਕ ਹੋਈ। ਮੈਨੂੰ ਮਾਫ ਕਰਿਓ, ਅੱਜ ਸਿੱਖ ਕੌਮ ਦੇ ਅੰਦਰ ਵੀ ਕਈ ਗੱਲਾਂ ਤੇ ਤਰਕ, ਸ਼ੰਕਾ ਔਰ ਸ਼ੱਕ ਹੈ। ਸ਼ੱਕ ਹੋਣਾ ਸੁਭਾਵਿਕ ਹੈ। ਜਿਹੜੇ ਸ਼ਹਿਰ ਵਿੱਚ ਬੰਦਾ ਪਹੁੰਚਿਆ ਨਾ ਹੋਵੇ, ਉੱਥੇ ਤੁਸੀਂ ਕਹੋ ਇਸ ਤਰ੍ਹਾਂ ਦੇ ਦਰਖਤ ਨੇ, ਇਦਾਂ ਦਾ ਸਭ ਕੁਝ ਹੈ, ਉਹ ਕਹੇਗਾ ਇਦਾਂ ਕਿਵੇਂ ਹੋ ਸਕਦਾ, ਇਹ ਕਿਵੇਂ ਹੋ ਸਕਦਾ। ਸਾਧ ਸੰਗਤ ਜਦੋਂ ਉਹ ਚੀਜ਼ ਵੇਖੀ ਨਾ ਹੋਵੇ, ਅਚੰਭਾ ਹੁੰਦਾ ਹੈ। ਜਦੋਂ ਲੋਕ ਫੋਰਨ ਕੰਟਰੀ ਤੋਂ ਆ ਕੇ ਕਹਿੰਦੇ ਸਨ, ਇੱਕ ਟੈਲੀਵਿਜ਼ਨ ਵਿੱਚ ਬੰਦੇ ਦੀ ਫੋਟੋ ਦਿਸਦੀ ਹੈ, ਆਵਾਜ਼ ਸੁਣਦੀ ਹੈ, ਤਾਂ ਲੋਕ ਮੰਨਦੇ ਨਹੀਂ ਸੀ ਇਹ ਕਿਵੇਂ ਹੋ ਸਕਦਾ। ਜਦੋਂ ਇੱਥੇ ਸਭ ਕੁਝ ਆ ਗਿਆ ਤਾਂ ਪੋਸੀਬਲ ਹੈ। ਹਰ ਇੱਕ ਬੰਦੇ ਨੂੰ ਪਤਾ ਹੈ, ਪਹਿਲਾਂ ਤਾਰਾਂ ਵਾਲੇ ਫੋਨ ਸਨ, ਲੋਕ ਸੁਣਦੇ ਸੀ। ਜਦੋਂ ਗੱਲ ਮੋਬਾਈਲ ਦੀ ਚੱਲੀ ਤੇ ਸਾਧ ਸੰਗਤ ਲੋਕ ਬਾਹਰੋਂ ਲੈ ਕੇ ਆਉਂਦੇ ਸਨ, ਬੜਾ ਵੱਡੇ ਮੋਬਾਈਲ। ਇੱਕ ਪਿੰਡ ਵਿੱਚ ਇੱਕ ਮੋਬਾਈਲ ਆ ਜਾਏ ਤਾਂ ਪਿੰਡ ਵਾਲੇ ਕਹਿੰਦੇ ਇਹ ਕਿਵੇਂ ਹੋ ਸਕਦਾ, ਬਿਨਾਂ ਤਾਰ ਤੋਂ ਕਿਵੇਂ ਗੱਲਾਂ ਹੋ ਰਹੀਆਂ। ਹੁਣ ਹਰ ਬੰਦੇ ਦੀ ਜੇਬ ਵਿੱਚ ਮੋਬਾਈਲ ਹੈ। ਸੋ ਜਿਹੜੀ ਚੀਜ਼ ਨਾ ਵੇਖੀ ਹੋਵੇ ਉਹਦੇ ਉੱਤੇ ਸ਼ੱਕ ਦਾ ਹੋਣਾ ਸੁਭਾਵਿਕ ਹੈ। ਭਗਤ ਤਰਲੋਚਨ ਕਹਿੰਦੇ, ਨਾਮਦੇਵ ਮੈਨੂੰ ਤੇਰੇ ਤੇ ਸ਼ੱਕ ਹੈ, ਤੂੰ ਐਵੇਂ ਕਹਿੰਦਾ ਰਹਿਣਾ ਰੱਬ ਮਿਲਦਾ, ਰੱਬ ਇਸ ਤਰ੍ਹਾਂ ਦਾ, ਰੱਬ ਨਾਲ ਮੇਰੀ ਗੱਲਬਾਤ ਹੋਈ, ਰੱਬ ਰਾਤੀ ਮੈਨੂੰ ਸੁਪਨੇ 'ਚ ਮਿਲਿਆ। ਕਹਿੰਦਾ ਮੈਂ ਵੀ ਤਾਂ ਤੇਰੇ ਨਾਲ ਹੀ ਭਗਤੀ ਕਰਨਾ। ਨਾਮਦੇਵ ਮੈਨੂੰ ਤਾਂ ਕਦੇ ਰੱਬ ਦੇ ਦਰਸ਼ਨ ਨਹੀਂ ਹੋਏ, ਮੈਂ ਮੰਨਦਾ ਹੀ ਨਹੀਂ ਕਿ ਰੱਬ ਹੈ। ਜੇ ਰੱਬ ਹੋਵੇ ਮੈਂ ਵੀ ਭਗਤੀ ਕਰਨਾ, ਮੈਂ ਵੀ ਅੰਮ੍ਰਿਤ ਵੇਲੇ ਉੱਠਦਾ, ਮੈਂ ਵੀ ਤੇਰੇ ਨਾਲ ਬਹਿ ਕੇ ਮੰਤਰ ਜਪਦਾ, ਫਿਰ ਮੈਨੂੰ ਕਿਉਂ ਨਹੀਂ ਮਿਲਦਾ। ਨਾਲੇ ਮੈਂ ਤਾਂ ਕੰਮ ਛੱਡ ਕੇ ਤੇਰੀ ਦੁਕਾਨ ਤੇ ਆਉਣਾ। ਨਾਮਦੇਵ ਤੂੰ ਤੇ ਹੱਥਾਂ ਨਾਲ ਕੱਪੜੇ ਸਿਉਣਾ ਰਹਿਣਾ, ਕੰਮ ਕਰਨਾ, ਮੈਂ ਤੇ ਕੰਮ ਛੱਡ ਕੇ ਭਗਤੀ ਕਰਦਾ, ਮੈਨੂੰ ਕਿਉਂ ਨਹੀਂ ਮਿਲਿਆ। ਮੈਨੂੰ ਸ਼ੱਕ ਹੈ ਤੂੰ ਝੂਠ ਬੋਲਦਾ। ਪੌੜੀ ਮੈਂ ਤੁਹਾਨੂੰ ਸ਼ਰਵਣ ਕਰਾਵਾਂ, ਉਹਦੇ ਵਿੱਚੋਂ ਹੁਣ ਤੱਤ ਨਿਕਲਣਾ ਵੇ ਗੁਰੂ ਜ਼ਰੂਰੀ ਹੈ। ਭਾਈ ਗੁਰਦਾਸ ਸਾਹਿਬ ਲਿਖਦੇ, ਕਹਿੰਦੇ ਦਰਸ਼ਨ ਦੇਖਣ ਨਾਮ ਦਿਓ, ਭਲਕੇ ਉੱਠ ਤੇਰੇ ਲੋਚਨ ਆਵੇ, ਭਗਤ ਕਰਨ ਮਿਲ ਦੋ ਜਣੇ। ਨਾਮਦੇਵ ਦੀ ਦੁਕਾਨ ਤੇ ਘਰ ਹੱਟ ਉੱਤੇ ਰੋਜ਼ ਤਰਲੋਚਨ ਆਉਂਦਾ, ਬਹਿ ਕੇ ਦੋਵੇਂ ਭਗਤੀ ਕਰਦੇ। ਤੇ ਭਗਤ ਨਾਮਦੇਵ ਕੀ ਕਰਦੇ,
ਕਹਿੰਦੇ ਨਾਮ ਦਿਓ ਹਰ ਚਲਤ ਸੁਣਾਵੇ। ਨਾਮਦੇਵ ਬਾਬਾ ਰੋਜ਼ ਚਲਤ ਸੁਣਾਉਂਦਾ, ਰੱਬ ਦੇ ਕੌਤਕ ਸੁਣਾਉਂਦਾ। ਤਰਲੋਚਨ ਰੱਬ ਇੰਨਾ ਸੋਹਣਾ, ਰੱਬ ਅੱਜ ਮੈਨੂੰ ਮਿਲਿਆ, ਉਹਨੇ ਆਹ ਗੱਲ ਕਹੀ। ਅੱਜ ਰੱਬ ਦੇ ਅੰਮ੍ਰਿਤ ਵੇਲੇ ਦਰਸ਼ਨ ਹੋ ਗਏ। ਕਹਿੰਦੇ ਤਰਲੋਚਨ ਕਹਿੰਦਾ ਮੈਂ ਨਹੀਂ ਮੰਨਦਾ। ਕਿਉਂ? ਮੈਂ ਵੀ ਤੇਰੇ ਨਾਲ ਭਗਤੀ ਕਰਦਾ, ਮੈਨੂੰ ਤਾਂ ਕਦੇ ਮਿਲਿਆ ਨਹੀਂ। ਤੂੰ ਤੇ ਕੰਮ ਛੱਡ ਕੇ, ਮੈਂ ਤੇ ਕੰਮ ਛੱਡ ਕੇ ਤੇਰੀ ਦੁਕਾਨ ਤੇ ਆਉਣਾ, ਤੂੰ ਤੇ ਕੰਮ ਵੀ ਕਰਦਾ ਰਹਿੰਦਾ। ਇਹ ਸ਼ੱਕ ਕੀਤੀ। ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਵੀ ਗਵਾਹੀ ਭਰੀ। ਤਰਲੋਚਨ ਭਗਤ ਨੇ ਸ਼ੱਕ ਕਰਕੇ ਕਿਹਾ ਨਾਮਾ ਮਾਇਆ ਮੋਹਿਆ, ਕਹਿ ਤਰਲੋਚਨ ਮੀਤ, ਕਾਹੇ ਛਿਪੋ ਛਾਏ ਲੈ, ਰਾਮ ਨ ਲਾਵੋ ਚੀਤ। ਤੇ ਨਾਮਦੇਵ ਜਵਾਬ ਦਿੰਦੇ, ਕਹਿੰਦੇ ਕੰਮ ਛੱਡਣ ਦਾ ਕੋਈ ਕੰਮ ਨਹੀਂ। ਮੈਂ ਹੱਥ ਨਾਲ ਕਿਰਤ ਕਰਨਾ, ਕੱਪੜੇ ਸਿਉਣਾ, ਪਰ ਚਿੱਤ ਮੇਰਾ ਕਰਤਾਰ ਨਾਲ ਰਹਿੰਦਾ। ਰੱਬ ਨੂੰ ਮਿਲਣ ਵਾਸਤੇ ਕੰਮ ਛੱਡਣ ਦੀ ਲੋੜ ਨਹੀਂ, ਕਿਰਤ ਕਰਦਿਆਂ ਕਰਤਾਰ ਮਿਲ ਜਾਂਦਾ। ਇਹੋ ਗੱਲ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਹੈ। ਕਹਿੰਦੇ ਬਾਬੇ ਨਾਮਦੇਵ ਨੇ ਜਵਾਬ ਦਿੱਤਾ, ਫਿਰ ਤਰਲੋਚਨ ਨਮਕ ਹੈ ਤੇ ਲੋਚਨਾ, ਮੁਖ ਤੇ ਰਾਮ ਸਮਾਲ। ਜਿਨ੍ਹਾਂ ਨੂੰ ਬਾਣੀ ਯਾਦ ਹੋਵੇ ਨਾਲ ਪੜਿਆ ਕਰੋ, ਤੁਹਾਡੀ ਹਾਜ਼ਰੀ ਲੱਗੇ। ਨਮਕ ਹੈ ਤੇ ਲੋਚਨਾ, ਮੁਖ ਤੇ ਰਾਮ ਸਮਾਲ। ਹੱਥ ਪਾਉ ਕਰ ਕਾਮ ਸਭ, ਚੀਤਨ ਰੰਜਨ ਨਾਲ। ਕੰਮ ਛੱਡਣ ਦੀ ਲੋੜ ਹੀ ਨਹੀਂ। ਤਰਲੋਚਨ ਕਹਿੰਦਾ ਮੈਨੂੰ ਸ਼ੱਕ ਹੈ, ਮੈਨੂੰ ਤਾਂ ਫਿਰ ਰੱਬ ਮਿਲਿਆ ਹੀ ਨਹੀਂ ਕਦੇ, ਮੈਨੂੰ ਕਿਉਂ ਨਹੀਂ ਦਰਸ਼ਨ ਦਿੰਦਾ? ਮੈਂ ਵੀ ਤਾਂ ਅੰਮ੍ਰਿਤ ਵੇਲੇ ਉੱਠਣਾ, ਮੈਂ ਵੀ ਤਾਂ ਤੇਰੇ ਕੋਲ ਬਹਿ ਕੇ ਭਗਤੀ ਕਰਨਾ। ਕਹਿੰਦੇ ਫਿਰ ਨਾਮਦੇਵ ਨੂੰ ਤਰਲੋਚਨ ਕਹਿੰਦਾ ਮੈਨੂੰ ਸ਼ੱਕ ਹੈ, ਤੂੰ ਐਵੇਂ ਝੂਠ ਬੋਲਦਾ, ਕੋਈ ਰੱਬ ਰੁੱਬ ਨਹੀਂ ਦਰਸ਼ਨ ਦਿੰਦਾ। ਜੇ ਫਿਰ ਤੂੰ ਸੱਚ ਬੋਲਦਾ ਤੇ ਨਾਮਦੇਵ ਹੁਣ ਜਦੋਂ ਤੈਨੂੰ ਰੱਬ ਮਿਲੇ ਨਾ ਸਵੇਰੇ, ਤਾਂ ਮੇਰੀ ਬੇਨਤੀ ਕਰਦੀ ਮੈਨੂੰ ਵੀ ਮਾੜੇ ਜਿਹੇ ਦਰਸ਼ਨ ਦੇ ਦੇ, ਰੱਬ ਦਾ ਕੀ ਜਾਂਦਾ। ਭਗਤ ਤਰਲੋਚਨ ਜੀ ਦੀ ਗੱਲ ਸੁਣੀ। ਨਾਮਦੇਵ ਕਹਿੰਦੇ ਹਾਂ ਤਰਲੋਚਨ ਇਹ ਠੀਕ ਹੈ, ਤੇਰੀ ਸਿਫਾਰਿਸ਼ ਕਰ ਦਾਂਗਾ, ਕਵਾਂਗਾ ਰੱਬ ਜੀ ਨੂੰ ਮਾੜੀ ਜਿਹੀ ਝਲਕ ਦਰਸ਼ਨ ਤਰਲੋਚਨ ਨੂੰ ਵੀ ਦੇ ਦਿਓ, ਉਹ ਵੀ ਭਗਤੀ ਕਰਦਾ। ਜਪਣ ਵਾਲਿਆਂ ਦੀ ਸਿਫਾਰਿਸ਼ ਰੱਬ ਕੋਲ ਚੱਲਦੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਔਰ ਸਾਧ ਸੰਗਤ ਇਹ ਵਾਕਿਆ ਦਾ ਰੁਸਤ ਹੈ। ਤੁਸੀਂ ਕਦੇ ਨੋਟ ਕਰਿਓ, ਕਿਸੇ ਬੰਦੇ ਦੀ ਸ਼ਹਿਰ ਦੇ ਅਫਸਰ ਨਾਲ ਐਸਐਸਪੀ ਨਾਲ ਬਣਦੀ ਹੋਵੇ, ਉਹ ਬੰਦਾ ਸਿੱਧਾ ਐਸਐਸਪੀ ਦੇ ਦਫ਼ਤਰ ਜਾ ਕੇ ਬਹਿ ਜਾਂਦਾ ਹੈ, ਉਹਨੂੰ ਕੁਰਸੀ ਮਿਲਦੀ ਹੈ। ਤੇ ਜਿਹੜਾ ਨਾਲ ਕੋਈ ਬੰਦਾ ਜਾਵੇ ਨਾ, ਉਹਨੂੰ ਭਾਵੇਂ ਚਪੜਾਸੀ ਬਿਨਾਂ ਜਾਣਦਾ ਹੋਵੇ, ਪਰ ਉਹਦੇ ਨਾਲ ਚਲਾ ਜਾਏ, ਕੁਰਸੀ ਉਹਨੂੰ ਵੀ ਨਾਲ ਮਿਲ ਜਾਂਦੀ ਹੈ। ਇਹ ਮੇਰੇ ਨਾਲ ਆਇਆ ਜੀ ਦੋਸਤ ਹੈ। ਜੇ ਦੁਨਿਆਵੀ ਦਫ਼ਤਰ ਵਿੱਚ ਇੱਕ ਆਮ ਬੰਦੇ ਦੀ ਖਾਸ ਬੰਦੇ ਕਰਕੇ ਮਾਣ ਮਿਲ ਸਕਦਾ ਹੈ, ਇਹ ਚੇਤੇ ਰੱਖਿਓ, ਜਪਣ ਵਾਲਿਆਂ ਦੀ ਸੰਗਤ ਕਰਕੇ ਰੱਬ ਦੀ ਦਰਗਾਹ ਵਿੱਚ ਵੀ ਮਾਣ ਮਿਲ ਜਾਂਦਾ ਹੈ। ਕਹਿੰਦੇ ਤਰਲੋਚਨ ਨੂੰ ਨਾਮਦੇਵ ਨੇ ਕਿਹਾ ਸਿਫਾਰਿਸ਼ ਕਰਾਂਗਾ, ਕੀਤੀ ਸਿਫਾਰਿਸ਼। ਰੱਬ ਮਿਲੇ ਤੇ ਕਿਹਾ ਜੀ ਮੇਰਾ ਇੱਕ ਦੋਸਤ ਹੈ ਤਰਲੋਚਨ, ਉਹ ਮੇਰਾ ਮਿੱਤਰ ਹੈ ਜੀ, ਬੰਦਗੀ ਕਰਦਾ, ਅੰਮ੍ਰਿਤ ਵੇਲੇ ਉੱਠਦਾ, ਤੁਹਾਡੀਆਂ ਸਾਖੀਆਂ ਕਥਾ ਕਹਾਣੀਆਂ ਮੇਰੇ ਕੋਲ ਬਹਿ ਕੇ ਸੁਣਦਾ, ਉਹਦੇ ਅੰਦਰ ਬੜਾ ਪ੍ਰੇਮ ਹੈ, ਪਰ ਰੱਬ ਜੀ ਉਹਨੂੰ ਮਾੜੀ ਜਿਹੀ ਝਲਕ ਦਰਸ਼ਨ ਦੇ ਦਿਓ, ਕਿਤੇ ਟੁੱਟ ਹੀ ਨਾ ਜਾਵੇ। ਹੁਣ ਉਹ ਸ਼ੱਕ ਕਰਨ ਲੱਗ ਪਿਆ, ਕਿਉਂਕਿ ਜਿੱਥੇ ਸ਼ੰਕਾ ਪੈਦਾ ਹੋ ਜਾਏ ਉੱਥੇ ਰਿਸ਼ਤਾ ਟੁੱਟਣ ਦਾ ਖਤਰਾ ਰਹਿੰਦਾ। ਇਸ ਲਈ ਸਾਧ ਸੰਗਤ ਹਰ ਗੁਰਸਿੱਖ ਨੂੰ ਅਰਦਾਸ ਕਰਨੀ ਚਾਹੀਦੀ, ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਕਦੇ ਤੁਹਾਡੀ ਸਿੱਖੀ ਉੱਤੇ ਸਾਨੂੰ ਸ਼ੰਕਾ ਨਾ ਪੈਦਾ ਹੋਵੇ, ਕਿਰਪਾ ਕਰਿਓ ਮਨ ਵਿੱਚ ਸ਼ੰਕਾ ਨਾ ਕਦੇ ਪੈਦਾ ਹੋਣ ਦਿਓ। ਗੁਰਸਿੱਖ ਤਾਂ ਇੱਥੋਂ ਤੱਕ ਅਰਦਾਸ ਕਰਦੇ, ਮਹਾਰਾਜ ਦੁਨੀਆ 'ਚ ਚੰਗੇ ਵੀ ਨੇ ਤੇ ਮਾੜੇ ਵੀ ਨੇ, ਮਹਾਰਾਜ ਕਿਰਪਾ ਕਰਿਓ ਮਾੜਿਆਂ ਦਾ ਭਾਜ ਸਾਡੇ ਸਾਹਮਣੇ ਨਾ ਖੋਲਿਓ। ਕਿਉਂ? ਕਿਤੇ ਮਾੜਿਆਂ ਨੂੰ ਵੇਖ ਕੇ ਸ਼ੰਕਾ ਨਾ ਆ ਜਾਵੇ ਸਾਰੇ ਹੀ ਇਦਾਂ ਦੇ ਹੁੰਦੇ, ਕਿਤੇ ਸ਼ਰਧਾ ਨਾ ਟੁੱਟ ਜਾਏ ਮਨ ਚੋਂ। ਕਹਿੰਦੇ ਜਦੋਂ ਭਗਤ ਨਾਮਦੇਵ ਨੇ ਰੱਬ ਨੂੰ ਕਿਹਾ ਜੀ ਤਰਲੋਚਨ ਨੂੰ ਮਾੜੇ ਜਿਹੇ ਦਰਸ਼ਨ ਦੇ ਦਿਓ, ਮੇਰਾ ਮਿੱਤਰ ਹੈ, ਉਹਦੇ ਮਨ 'ਚ ਸ਼ੰਕਾ ਆ ਗਿਆ ਕਿਤੇ ਉਹ ਟੁੱਟ ਹੀ ਨਾ ਜਾਵੇ, ਤੇ ਕਹਿੰਦੇ ਰੱਬ ਨੇ ਜਵਾਬ ਦਿੱਤਾ।
ਜਦੋਂ ਤਿਰਲੋਚਨ ਭਗਤ ਨੇ ਕਿਹਾ ਮੇਰੀ ਭੀ ਕਰ ਬੇਨਤੀ, ਦਰਸ਼ਨ ਦਿਓ ਜੇ ਤਿਸ ਭਾਵੇ। ਜਦੋਂ ਕੀਤੀ ਸਿਫਾਰਿਸ਼ ਫਿਰ ਰੱਬ ਬੋਲਿਆ, ਹੱਸ ਕੇ ਠਾਕੁਰ ਬੋਲਿਆ, ਨਾਮ ਦਿਓ ਨੂੰ ਕਹਿ ਸਮਝਾਵੇ। ਰੱਬ ਬੋਲਿਆ ਹੱਸ ਕੇ, ਕਹਿੰਦੇ ਨਾਮਦੇਵ ਤੇਰੇ ਮਿੱਤਰ ਨੂੰ ਦਰਸ਼ਨ ਨਹੀਂ ਦੇ ਸਕਦੇ। ਕਹਿੰਦੇ ਮਹਾਰਾਜ ਕਿਉਂ? ਰੱਬ ਨੇ ਜਵਾਬ ਦਿੱਤਾ, ਕਹਿੰਦੇ ਮੈਂ ਭਗਤਾਂ ਦੇ ਅਧੀਨ ਆ, ਕੋਈ ਪ੍ਰੇਮ ਨਾਲ ਭਗਤੀ ਕਰੇ ਰੱਬ ਉਹਦਾ ਗੁਲਾਮ ਹੈ। ਤੇਰਾ ਮਿੱਤਰ ਤਿਰਲੋਚਨ ਭਗਤੀ ਤਾਂ ਕਰਦਾ ਪਰ ਭਗਤੀ ਕਰਕੇ ਕੋਈ ਹੰਕਾਰ ਕਰੇ ਮੈਂ ਉਹਨੂੰ ਦਰਸ਼ਨ ਨਹੀਂ ਦਿੰਦਾ। ਇੱਕ ਤਾਂ ਤਿਰਲੋਚਨ ਦੇ ਮਨ ਵਿੱਚ ਹਉਮੈ, ਮੈਂ ਵੀ ਅੰਮ੍ਰਿਤ ਵੇਲੇ ਉੱਠਦਾ, ਮੇਰੀ ਜਾਤ ਵੀ ਉੱਚੀ ਹੈ, ਮੈਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਨਾਮਦੇਵ ਦੀ ਤਰ੍ਹਾਂ ਬੰਦਗੀ ਕਰਦਾ। ਕਹਿੰਦੇ ਇੱਕ ਤਾਂ ਉਹਦੇ ਮਨ ਵਿੱਚ ਹੰਕਾਰ ਹੈ, ਤੇ ਦੂਜਾ ਸਭ ਤੋਂ ਵੱਡਾ ਨੁਕਸ ਦੱਸ ਨਹੀਂ ਆਪਣੇ ਮਿੱਤਰ ਤਿਰਲੋਚਨ ਨੂੰ, ਉਹਨੇ ਗੁਰੂ ਨਹੀਂ ਧਾਰਨ ਕੀਤਾ। ਉਹਨੂੰ ਕਹੇ ਵਿੱਚ ਕੋਈ ਗੁਰੂ ਵਿਚੋਲਾ ਪਾ ਦੇ, ਬਿਨਾਂ ਗੁਰੂ ਵਿਚੋਲੇ ਤੋਂ ਰੱਬ ਦਰਸ਼ਨ ਨਹੀਂ ਦਿੰਦਾ। ਕਹਿੰਦੇ ਫਿਰ ਨਾਮਦੇਵ ਨੂੰ ਰੱਬ ਨੇ ਜਵਾਬ ਦਿੱਤਾ, ਹੱਸ ਕੇ ਠਾਕੁਰ ਬੋਲਿਆ, ਨਾਮ ਦਿਓ ਨੂੰ ਕਹਿ ਸਮਝਾਵੇ। ਹੋਂ ਅਧੀਨ ਭਗਤ ਦੇ, ਪਹੁੰਚ ਨਾ ਭਗਤੀ ਦਾਵੇ। ਕੋਈ ਹੋਏ ਵਿਚੋਲਾ ਆਣ ਮਿਲਾਵੇ। ਉਹਨੂੰ ਕਹੇ ਵਿੱਚ ਵਿਚੋਲਾ ਪਾ ਕੋਈ ਗੁਰੂ ਵਿਚੋਲੇ ਤੋਂ ਬਗੈਰ ਨਹੀਂ, ਕਿਉਂਕਿ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮਿਲੇ ਪ੍ਰਭੂ ਹਰ ਦਰਗਾ ਕਾ ਬਸੀਠ। ਬਸੀਠ ਦਾ ਅਰਥ ਵਿਚੋਲਾ। ਕਹਿੰਦੇ ਵਿੱਚ ਕੋਈ ਵਿਚੋਲਾ ਪਾਓ ਨੂੰ ਕਹੇ, ਬਿਨਾ ਗੁਰੂ ਵਿਚੋਲੇ ਤੋਂ ਮੈਂ ਮਿਲਦਾ ਨਹੀਂ। ਜਦੋਂ ਨਾਮਦੇਵ ਨੇ ਦੱਸਿਆ ਨਾ ਤਿਰਲੋਚਨ, ਇੱਕ ਤੇ ਹੰਕਾਰ ਨਾ ਕਰਿਆ ਕਰ ਮਿੱਤਰਾ, ਤੂੰ ਅੰਮ੍ਰਿਤ ਵੇਲੇ ਉੱਠਣ ਦਾ ਹੰਕਾਰ ਕਰਨਾ ਹੈ। ਅੰਮ੍ਰਿਤ ਵੇਲੇ ਉਹੀਓ ਉੱਠ ਸਕਦਾ ਜਿਹਨੂੰ ਰੱਬ ਉਠਾਵੇ। ਤੂੰ ਭਗਤੀ ਦਾ ਹੰਕਾਰ ਕਰਨਾ, ਭਗਤੀ ਉਹੀਓ ਕਰ ਸਕਦਾ ਜਿੱਤੋਂ ਰੱਬ ਕਰਾਵੇ, ਨਹੀਂ ਤੇ ਦੁਨੀਆ ਭਗਤੀ ਨਹੀਂ ਕਰ ਸਕਦੀ। ਕਹਿੰਦੇ ਦੂਜਾ ਤਿਰਲੋਚਨ, ਰੱਬ ਨੇ ਸੁਨੇਹਾ ਦਿੱਤਾ ਭਾਈ ਗੁਰੂ ਧਾਰਨ ਕਰ। ਬਈ ਪਹਿਲਾਂ ਗੁਰੂ ਧਾਰਨ ਕਰ, ਫਿਰ ਰੱਬ ਮਿਲਦਾ। ਕਿਸੇ ਗੁਰੂ ਨੂੰ ਵਿੱਚ ਵਿਚੋਲਾ ਪਾ। ਤੇ ਕਹਿੰਦੇ ਤਿਰਲੋਚਨ ਭਗਤ ਉੱਠ ਕੇ ਖਲੋ ਗਿਆ, ਹੱਥ ਜੋੜ ਕੇ ਅੱਖਾਂ ਵਿਰਾਗ ਨਾਲ ਭਰ ਗਈਆਂ। ਬਾਬੇ ਨਾਮਦੇਵ ਦੇ ਪੈਰਾਂ ਵਿੱਚ ਮੱਥਾ ਟੇਕ ਕੇ ਕਹਿੰਦਾ, ਨਾਮਦੇਵ ਤੈਨੂੰ ਰੱਬ ਮਿਲਿਆ, ਤੇਰੇ ਤੋਂ ਵੱਡਾ ਗੁਰੂ ਕਿਹੜਾ ਮਿਲਣਾ, ਤੂੰ ਫਿਰ ਮੇਰਾ ਵਿਚੋਲਾ ਬਣ। ਜਦੋਂ ਸਭ ਅਹੰਕਾਰ ਟੁੱਟ ਗਿਆ ਨਾ, ਜਾਤ ਅਭਿਮਾਨ ਵੀ ਟੁੱਟ ਗਿਆ, ਮਨ ਦੇ ਅੰਦਰੋਂ ਹੰਕਾਰ ਹਉਮੈ ਨਿਕਲ ਗਈ। ਬਾਬੇ ਨਾਮਦੇਵ ਦੇ ਪੈਰਾਂ 'ਚ ਮਸਤਕ ਰੱਖਿਆ, ਤੂੰ ਵਿਚੋਲਾ ਬਣ ਮੈਨੂੰ ਰੱਬ ਮਿਲਾ। ਕਹਿੰਦੇ ਬਸ ਅਹੰਕਾਰ ਟੁੱਟਣ ਦੀ ਦੇਰ ਸੀ, ਨਿਰੰਕਾਰ ਉਸੇ ਰਾਤ ਅੰਮ੍ਰਿਤ ਵੇਲੇ ਦਰਸ਼ਨ ਹੋ ਗਏ। ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਿਓ, ਬਾਬੇ ਨਾਮਦੇਵ ਦੇ ਨਾਲ ਭਗਤ ਤਿਰਲੋਚਨ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੈ। ਉਹਨਾਂ ਦੇ ਵੀ 4 ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੈ। ਬਦਤ ਤਿਰਲੋਚਨ ਤੇ ਨਰ ਮੁਕਤਾ, ਪੀਤੰਬਰ ਭਾਕੈ ਹਿਰਦੈ ਵਸੈ। ਹੁਣ ਇੱਕ ਕਨਸੈਪਟ ਕਲੀਅਰ ਹੋ ਗਿਆ, ਰੱਬ ਨੂੰ ਮਿਲਣ ਵਾਸਤੇ ਗੁਰੂ ਜ਼ਰੂਰੀ ਹੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੇ। ਜਦੋਂ ਗੁਰੂ ਕੋਲ ਆਓਗੇ, ਗੁਰੂ ਕਹਿੰਦਾ ਮੈਂ ਵੀ ਸਿੱਧਾ ਨਹੀਂ ਜੇ ਮਿਲਣਾ। ਮਹਾਰਾਜ ਫਿਰ ਹੁਣ ਕੀ ਗੁਰਮਤਿ ਹੈ? ਜਦੋਂ ਗੁਰੂ ਕੋਲ ਆਓਗੇ, ਗੁਰੂ ਕਹਿੰਦਾ ਪਹਿਲਾਂ ਗੁਰਸਿੱਖਾਂ ਵਿੱਚੋਂ ਹੋ ਕੇ ਆ ਭਾਈ। ਪਹਿਲਾਂ ਗੁਰਸਿੱਖਾਂ ਦੇ ਚਰਨ ਧੋ, ਪਹਿਲਾਂ ਗੁਰਸਿੱਖਾਂ ਦੇ ਜੋੜੇ ਝਾੜ, ਪਹਿਲਾਂ ਗੁਰਸਿੱਖਾਂ ਦੇ ਝੂਠੇ ਬਰਤਨ ਮਾਂਜ। ਸਾਧ ਸੰਗਤ ਇਹ ਕੋਈ ਫਾਰਮੈਲਿਟੀ ਥੋੜੀ ਹੈ ਵੀ ਤੁਸੀਂ ਲੰਗਰ ਛਕਦੇ ਹੋ। ਬੀਬੀਆਂ ਉਧਰ ਭਾਂਡੇ ਮਾਂਜ ਰਹੀਆਂ ਨੇ। ਭਾਂਡੇ ਮਾਂਜਣ ਵਾਸਤੇ ਤਾਂ ਪੈਸਿਆਂ ਤੇ ਵੀ 4 ਬੀਬੀਆਂ ਰੱਖੀਆਂ ਜਾ ਸਕਦੀਆਂ ਨੇ, ਪਰ ਫਿਰ ਵੀ ਮਹਿੰਗੇ ਮਹਿੰਗੇ ਸੂਟ ਕੱਪੜੇ ਪਹਿਨ ਕੇ ਨੌਜਵਾਨ ਵੀਰ ਲੱਗੇ ਨੇ, ਬੀਬੀਆਂ ਲੱਗੀਆਂ ਨੇ। ਕੱਪੜਿਆਂ ਦੀ ਪਰਵਾਹ ਨਹੀਂ, ਦਾਲ ਦੇ ਛਿੱਟੇ ਪੈਣ, ਸਬਜ਼ੀ ਨਾਲ ਕਮੀਜ਼ਾਂ ਭਰ ਜਾਣ, ਤਾਂ ਵੀ ਸੇਵਾ ਕਰ ਰਹੇ। ਪਤਾ ਕਿਉਂ? ਕਿਉਂਕਿ ਇਹ ਮੇਰੇ ਗੁਰੂ ਦਾ ਹੁਕਮ ਹੈ, ਪਹਿਲਾਂ ਗੁਰਸਿੱਖਾਂ ਦੀ ਝੂਠ ਧੋ, ਗੁਰਸਿੱਖਾਂ ਦੇ ਬਰਤਨ ਮਾਂਜ, ਕਿਤੇ ਤੈਨੂੰ ਸੇਵਾ ਵਿੱਚੋਂ ਰੱਬ ਮਿਲੇਗਾ। ਉਹ ਗੁਰੂ ਕੋਲ ਪ੍ਰਵਾਨ ਹੋਣਾ, ਪਹਿਲਾਂ ਸੇਵਾ ਕਰ। ਜਦੋਂ ਸਿੱਖ ਗੁਰੂ ਕੋਲ ਆਉਂਦਾ, ਗੁਰੂ ਕਹਿੰਦਾ ਜਾ ਗੁਰਸਿੱਖਾਂ ਦੀ ਸੇਵਾ ਕਰ। ਮਹਾਰਾਜ ਕਿਉਂ?
सतगुरु कहंदे गुर सिखां अंदर सतगुर वरतै, चुन कड्डे लदो वारे। भाई गुरु ने फिर कहा मैं तां गुर सिखां च वरतदा, गुर सिखां दी सेवा कर, उन्हां विच गुरु वरतदा। किन्नियां साखियां इतिहास विचों होणगियां, किहड़ी किहड़ी साखी छड्ड लओगे, शंका नहीं होना चाहिए। अरदास करियो मन में शंके पैदा होण ना होण, ये पैदा होने बंद हो जाण। छेवें पातशाह कोल सिख आउंदे ने और साहब गुरु हरगोबिंद साहब महाराज कहने बेटा कित्थों आए हो? कहने महाराज जी काबुल तो आए। कहने बेटा बहुत दूरों आए हो, थक गए होने। इंज करो दूरों आए हो, पहला भुख लगी होएगी, जाओ पहला प्रशादा छको, नाले 2-4 दिन रोक के जाना, क्योंकि साडी बच्ची वीरो दा ब्याह है, बेटा ब्याह वेख के जाना। महाराज सत बचन इन्ना प्यार गुरु करता है। वो गुरु दे सिख रुक गए। जदों गुरु के लंगर में गए, उत्थे लंगर समाप्त हो चुका सी। शामां पै रही सन, दोपहर का लंगर मुक गया। सेवादारां कहा रात का तिहार हो रहा है, 2-4 घंटे रुक लो भाई, हुण ते लंगर मस्ताना हो गया, हुण ते रात का ही प्रशादा मिलना है। वो सिख वापस आ गए। गुरु कितना ख्याल रखदा है, जिवें मां अपने पुत का ख्याल रखदी वे, इन्हें कुछ छकिया कि नहीं छकिया। छेवें पातशाह घूम के फिर आ गए, कहने बेटा छकिया कुछ? हुण सिखां तो झूठ ना बोल होया। कहने जी लंगर मस्ताना हो गया, हुण ते रात का प्रशादा तैयार हो रहा है, 2-4 घंटे ने महाराज, रात का प्रशादा छक लांगे। कहते नहीं ने पुत्र, दूरों चल के आए हो, गुरु के घर में आए हो, इंज करो साडे घर चले जाओ, हलवाई लगे ने ब्याह वास्ते, मठियाइयां बन रही ने, थोड़ा बहुता मिठा छक लो, भुख मिट जाए। महाराज सत वचन। एक सिख नूं गुरु हरगोबिंद साहब महाराज कहते जाओ बेटा इन्हों साडे घर लै जाओ। कदे तुसी हरमंदर साहब जाते हो, श्री अकाल तख्त साहब के पिछले पासे बाजार में एक गुरुद्वारा है, ओदा नाम है गुरुद्वारा गुरु के महल, जिथे गुरु रामदास महाराज जी का परिवार रहा, फिर गुरु अर्जन देव महाराज का परिवार रहा, फिर गुरु हरगोबिंद साहब महाराज का परिवार रहा। जिथे गुरु का परिवार रहिंदा रहा, ओदा नाम गुरु के महल। उत्थे हलवाई लगे ने, लड्डू बन रहे ने, बरात 2 दिनों तक आनी है, मठियाइयां सुक्कियां तैयार हो रही। जदों वो सिख आए, सिख ने जाके कहा माता दमोदरी जी नूं, माता जी सतगुरु जी ने घल्ले इन्हों थोड़ी मठियाई दे दिओ छकण लई। माता दमोदरी जी की रसना तो शब्द निकल गए, कहते ये लड्डू तो बरात वास्ते बन रहे हैं, ये मठियाइयां तो बरात वास्ते बन रही, जे हुणे वरतौणियां शुरू कर देंदियां, बरात अजे परसों चौथे आनी है, इदां किवें? ये तो अरदास होएगी, ये तो बरात वास्ते आ। तां साध संगत वो सिख वापस आ गए। छेवें पातशाह फिर मिल गए उस जगह ते अकाल तख्त साहब दे कोल। कहने बेटा कुछ छक के आए हो? तां सिख ने हाथ जोड़ के जी गए सी। सेवादार ने कहा माता दमोदरी जी का हुक्म है, ये मठियाइयां तो बरात वास्ते आ, किसी नूं दे नहीं सकते। छेवें पातशाह ने बचन कहे अच्छा जेड़ी मठियाई साडे गुरसिखां वास्ते नहीं, ओनू कोई बरात भी नहीं खा सकती, जाओ तुर के खाणगे। हुण इतिहास पढ़ियो, बरात आउण तो एक दिन पहला साध संगत शामां नूं तुरकां ने श्री अमृतसर साहब ते हल्ला बोल दिता। पूरे परिवार नूं भाई विधि चंद्रू महाराज ने कहा परिवार पिंड झबाल लै जाओ, बीबी वीरो दे आनंद कारज झबाल होणगे। मठियाइयां लड्डू धरे धराए रह गए, तुरकां ने खाधे। इहदा मतलब गुरु सिखां नूं इन्ना प्यार करदा है। गुर सिखां अंदर सतगुर वरत है। कदे गुरु दा सिख कोई शहद लियाउंदा है, भाई कट्टू रस्ते वे शहद मंग लैंदा है, सिख दिंदा नहीं। जदों छेवें पातशाह नूं भेंट कीता, हजूर कहंदे ने जदों मंगिया सी उदों तां दित्ता नहीं, हुण काहदे वास्ते लिया? कहंदे महाराज तुसीं कदों मंगिया? कहंदे भाई कट्टू दे रूप विच असीं मंगिया सी। ओ जे साडे सिख वास्ते तेरा शहद नहीं, गुरु नूं भी परवान नहीं। इसलिए साध संगत गुरसिखां अंदर सतगुर वरत है। जदों गुरु कोल आओगे सतगुरु कहेगा जा गुरसिखां दी सेवा कर। भाई गुरु गुरसिखां च वरतदा है तां साध संगत हुण बड़ी कमाल दी गल है, इहनूं कंसैप्ट नूं समझण दी जरूरत है।
ਗੁਰੂ ਕਹਿੰਦਾ ਜਾ ਗੁਰਸਿੱਖ ਦੀ ਚਰਨ ਧੂੜ ਲੈ, ਗੁਰੂ ਕਹਿੰਦਾ ਜਾ ਗੁਰਸਿੱਖਾਂ ਦੀ ਜੂਠ ਧੋ, ਜਾ ਗੁਰਸਿੱਖਾਂ ਦੇ ਪੈਰਾਂ 'ਚ ਨਮਸਕਾਰ ਕਰ, ਜਾ ਗੁਰਸਿੱਖਾਂ ਦੀ ਸੇਵਾ ਕਰ। ਅੱਗੋਂ ਪੂਰਨ ਗੁਰਸਿੱਖ ਨੇ ਖਿਆਲ ਰੱਖਣਾ ਕਿਤੇ ਉਹ ਪੈਰ ਨਾ ਘੁਟਾਉਣ ਲੱਗ ਜਾਏ, ਕਿਤੇ ਗੁਰਸਿੱਖ ਆਪਣੇ ਆਪ ਨੂੰ ਕੋਈ ਸਮਝਣ ਨਾ ਲੱਗ ਜਾਏ। ਜਿੱਦਣ ਉਹਦੇ ਮਨ 'ਚ ਭੁਲੇਖਾ ਪੈ ਜਾਏ ਮੈਨੂੰ ਗੁਰੂ ਇੰਨੀ ਵਡਿਆਈ ਦਿੰਦਾ, ਸਿੱਖਾਂ ਨੂੰ ਕਹਿੰਦਾ ਜਾਓ ਦੀ ਸੇਵਾ ਕਰੋ, ਉਦਣ ਸਾਧ ਸੰਗਤ ਗੁਰੂ ਦੀ ਨਜ਼ਰ ਵਿੱਚ ਉਹ ਗੁਰਸਿੱਖ ਨਹੀਂ ਰਹਿੰਦਾ। ਗੁਰੂ ਨੇ ਸਿੱਖਾਂ ਨੂੰ ਕਹਿਣਾ ਜਾਓ ਗੁਰਸਿੱਖਾਂ ਦੀ ਸੇਵਾ ਕਰੋ, ਗੁਰਸਿੱਖ ਨੇ ਬਚਣਾ ਹੁਣ ਮੈਂ ਪੈਰ ਧੋਣੇ ਨਹੀਂ, ਮੈਂ ਆਪਣੇ ਪੈਰ ਘੁਟਾਣੇ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਦੇ ਸਿੱਖ ਹੋਏ ਭਾਈ ਸਾਵਣ ਮੱਲ ਜੀ, ਬਾਬੇ ਸਾਵਣ ਮੱਲ ਨੂੰ ਬੜੀਆਂ ਬਖਸ਼ਿਸ਼ਾਂ ਮਹਾਰਾਜ ਨੇ ਕੀਤੀਆਂ। ਕਹਿੰਦੇ ਆਹ ਲੋ ਸਾਵਣ ਮੱਲ ਸਾਡੇ ਵਰੋਂ ਇੱਕ ਰੁਮਾਲ ਖੁਸ਼ ਹੋ ਕੇ ਦਿੱਤਾ। ਕਹਿੰਦੇ ਜਿੱਥੇ ਐ ਲੱਗੇ ਨਾ ਬੇਬਸੀ ਹੈ, ਜਾ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਕੇ ਰੁਮਾਲ ਵਰਤ ਲਈ, ਜੋ ਨਹੀਂ ਹੋ ਸਕਦਾ ਉਹ ਵੀ ਹੋ ਜਾਏਗਾ। ਇਹ ਬਖਸ਼ਿਸ਼ਾਂ ਸੀ ਗੁਰੂ ਦੀਆਂ। ਬਾਬੇ ਸਾਵਣ ਮੱਲ ਤੇ ਬੜੀਆਂ ਬਖਸ਼ਿਸ਼ਾਂ ਵਰਤੀਆਂ। ਮੰਡੀ ਦੇ ਇਲਾਕੇ ਵਿੱਚ ਉਹਨਾਂ ਪ੍ਰਚਾਰ ਕੀਤਾ। ਕਹਿੰਦੇ ਮੰਡੀ ਦੇ ਰਾਜੇ ਦਾ ਲੜਕਾ ਬਿਮਾਰ ਪੈ ਗਿਆ, ਵੈਦਾਂ ਨੇ ਜਵਾਬ ਦਿੱਤਾ। ਕਿਸੇ ਨੇ ਦੱਸਿਆ ਰਾਜੇ ਨੂੰ, ਕਹਿੰਦੇ ਬਾਬੇ ਸਾਵਣ ਮੱਲ ਕੋ ਬੜੀਆਂ ਬਖਸ਼ਿਸ਼ਾਂ, ਬਾਬੇ ਸਾਵਣ ਮੱਲ ਦੇ ਕੋਲ ਜਾਓ, ਉੱਥੇ ਬੜੇ ਲੋਕ ਠੀਕ ਹੁੰਦੇ। ਉਹ ਰਾਜਾ ਆ ਗਿਆ, ਰਾਜੇ ਨੇ ਆ ਕੇ ਨਮਸਕਾਰ ਕੀਤੀ, ਉਹਦੀਆਂ ਰਾਣੀਆਂ ਨੇ ਮੱਥਾ ਟੇਕਿਆ, ਅਹਿਲਕਾਰਾਂ ਨੇ ਮੱਥਾ ਟੇਕਿਆ, ਭੇਟਾਵਾਂ ਰੱਖੀਆਂ। ਬਾਬੇ ਸਾਵਣ ਮੱਲ ਨੂੰ ਕਿਹਾ ਜੀ ਮੇਰੇ ਪੁੱਤ ਨੂੰ ਵੈਦਾਂ ਨੇ ਜਵਾਬ ਦੇ ਦਿੱਤਾ, ਤੁਸੀਂ ਮੇਰਾ ਪੁੱਤਰ ਠੀਕ ਕਰ ਦਿਓ। ਵੈਦਾਂ ਦੇ ਹੱਥ ਖੜੇ ਹੋ ਗਏ ਨੇ, ਦਵਾਈ ਲੱਗਦੀ ਨਹੀਂ। ਬਾਬਾ ਸਾਵਣ ਮੱਲ ਚਲੇ ਗਏ, ਜਾ ਕੇ ਬਿਮਾਰ ਰਾਜੇ ਦੇ ਪੁੱਤਰ ਉੱਤੇ ਰੁਮਾਲ ਰੱਖ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ। ਅੱਜ ਹੋਰ ਕੱਲ ਹੋਰ ਰਾਜੇ ਦਾ ਪੁੱਤਰ ਤੰਦਰੁਸਤ ਹੋ ਗਿਆ। ਅਰਦਾਸ ਪ੍ਰਵਾਨ ਹੁੰਦੀ ਹੈ, ਜੀ ਕੀ ਵਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਜਦੋਂ ਬਾਬੇ ਸਾਵਣ ਮੱਲ ਦੀ ਅਰਦਾਸ ਸੁਣੀ ਗਈ, ਰਾਜੇ ਦਾ ਪੁੱਤਰ ਤੰਦਰੁਸਤ ਹੋ ਗਿਆ। ਇਤਿਹਾਸ ਕਹਿੰਦਾ ਰਾਜੇ ਨੇ ਆਪਣੇ ਤਖਤ ਉੱਤੇ ਬਿਠਾ ਦਿੱਤਾ ਬਾਬੇ ਸਾਵਣ ਮੱਲ। ਰਾਜੇ ਨੇ ਆਪਣੇ ਵਰਗਾ ਕਕਸ਼ ਮਹਿਲ ਬਣਵਾਤਾ ਬਾਬੇ ਸਾਵਣ ਮੱਲ ਦਾ। ਰਾਜੇ ਨੇ ਬਾਬੇ ਸਾਵਣ ਮੱਲ ਦੇ ਨਾਂ ਤੇ ਜ਼ਮੀਨ ਲਾਤੀ। ਤੇ ਸਾਧ ਸੰਗਤ ਬਾਬੇ ਸਾਵਣ ਮੱਲ ਨੂੰ ਭੁੱਲ ਹੀ ਗਿਆ ਕਿ ਮੈਂ ਗੁਰਸਿੱਖ ਹਾਂ। ਉਹ ਆਪਣੇ ਆਪ ਨੂੰ ਗੁਰੂ ਬਣ ਕੇ ਬਹਿ ਗਿਆ। ਫਿਰ ਜਦੋਂ ਉਹਨੂੰ ਰਾਜਾ ਮੱਥਾ ਟੇਕੇ ਹੰਕਾਰ ਹੋ ਗਿਆ, ਪਰਜਾ ਮੱਥਾ ਟੇਕਣ ਲੱਗ ਪਈ। ਗੁਰੂ ਅਰਜਨ ਦੇਵ ਮਹਾਰਾਜ ਨੇ ਸਾਰੀਆਂ ਬਖਸ਼ਿਸ਼ਾਂ ਵਾਪਸ ਲੈ ਲਈਆਂ। ਜਿੱਦਣ ਆਪਣਾ ਰੁਮਾਲ ਵੀ ਪਾਤਸ਼ਾਹ ਨੇ ਵਾਪਸ ਲਿਆ, ਸਾਵਣ ਮੱਲ ਦੇ ਕੋਲ ਕੋਈ ਚੀਜ਼ ਨਾ ਰਹੀ। ਜਿਹਨੂੰ ਵਡਿਆਈ ਮਿਲਦੀ ਉਹਦੀ ਨਿੰਦਿਆ ਵੀ ਹੁੰਦੀ ਹੈ। ਤੇ ਸਾਧ ਸੰਗਤ ਜਦੋਂ ਭਾਈ ਸਾਵਣ ਮੱਲ ਦੀ ਨਿੰਦਿਆ ਹੋਈ, ਸਰੀਰ ਬੁੱਢਾ ਹੋਇਆ, ਰੋਗ ਲੱਗੇ, ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨੀ ਝੁਕਿਆ। ਪਾਤਸ਼ਾਹ ਨੇ ਕਿਹਾ ਸਾਵਣ ਮੱਲ ਤੂੰ ਗੁਰੂ ਨਾਨਕ ਦੀ ਨਜ਼ਰ ਵਿੱਚ ਗੁਰਸਿੱਖ ਨਹੀਂ ਰਿਹਾ, ਕਿਉਂਕਿ ਤੂੰ ਪੂਜਾ ਕਰਾਉਣ ਲੱਗ ਪਿਆ, ਤੂੰ ਗੁਰੂ ਤੇ ਰੱਬ ਦਾ ਸ਼ਰੀਕ ਹੋ ਗਿਆ। ਇੱਥੇ ਤਾਂ ਉਹ ਪ੍ਰਵਾਨ ਨੇ ਜਿਹੜੇ ਜਤੀ ਸਤੀ ਸੇਵਾ ਵੀ ਕਰਨ, ਪਰ ਉਹਨਾਂ ਦੇ ਅੰਦਰੋਂ ਇੰਨੀ ਨਿਮਰਤਾ ਹੋਵੇ, ਉਹ ਰੋਜ਼ ਕਹਿੰਦੇ ਹੁਣ ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਕਦਾ ਜਨਮ ਬਿਆ, ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ। ਕਹਿੰਦੇ ਉਹ ਜਪ ਤਪ ਵੀ ਕਰਨ। ਗੁਰੂ ਅਰਜਨ ਦੇਵ ਮਹਾਰਾਜ ਬੋਲੇ, ਪਰ ਕਹਿੰਦੇ ਹੰਕਾਰ ਨਾ ਕਰਨ, ਆਪਣੇ ਆਪ ਨੂੰ ਨੀਵੇਂ ਸਮਝਣ। ਉਹ ਗੁਰੂ ਦਾ ਸਿੱਖ ਗੁਰੂ ਨੂੰ ਪ੍ਰਵਾਨ ਹੈ, ਉਸ ਗੁਰਸਿੱਖ ਵਿੱਚ ਗੁਰੂ ਵਰਤਦਾ, ਉਹ ਸਿੱਖ ਗੁਰੂ ਵਰਗਾ ਹੋ ਜਾਂਦਾ ਹੈ ਜਿਹੜਾ ਜਪ ਤਪ ਕਰਕੇ ਕਵੇ ਕਿ ਜਪ ਤਪ ਸੰਜਮ ਧਰਮ ਨਾ ਕਮਾਇਆ, ਪੜੋ ਸੇਵਾ ਸਾਧ ਨ ਜਾਣਿਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰ ਕੀ ਰਾਖੋ ਸ਼ਰਮਾ। ਸਾਧ ਸੰਗਤ ਏਦਾਂ ਕੋਈ ਗੁਰੂ ਦਾ ਸਿੱਖ ਕਰੇ ਅਰਦਾਸ, ਤਾਂ ਫਿਰ ਉਹਦੇ ਵਿੱਚ ਗੁਰੂ ਵਰਤਣ ਲੱਗ ਪੈਂਦਾ, ਉਹਦੀਆਂ ਵਡਿਆਈਆਂ ਵਧਣ ਲੱਗ ਪੈਂਦੀਆਂ ਨੇ। ਕਿਉਂ? ਇੱਕ ਨੁਕਤਾ ਸ਼ਾਇਦ ਤੁਹਾਡੀ ਪਕੜ ਵਿੱਚ ਆਏਗਾ, ਜਿਨ੍ਹਾਂ ਦੀ ਯਾਦ ਵਿੱਚ ਬੈਠੇ ਹੋ ਨਾ, ਸਦੀਆਂ ਗੁਜ਼ਰ ਗਈਆਂ ਨੇ, ਦੁਨੀਆ ਵਡਿਆਈ ਕਰ ਰਹੀ ਹੈ। ਕਿਉਂ?
इस धरती उत्ते साध संगत 500 किले दे मालक बंदे होए ने। मैं बाहर अमेरिका में सज्जन वेखे ने, तुसी हैरान होवोगे 5000 किलियां दी खेती कर रहे ने बंदे, बदामां दीयां खेतियां ने और हैलीकाप्टर नाल दवाइयां पाउंदे ने। इन्ने वड्डे जिमींदार, इन्नी वड्डी अमीरी वो हुण दी नहीं, उन्हां दे प्यो दादे वो जगह ते बैठे ने। माफ करियो, दादे गुजर गए ने, पोतियां ने फोटोआं चुक के भी कदों दियां पिछले कमरियां च रख दित्तियां ने। 5-5 हज़ार किलियां दे मालक बंदियां दी बरसी नहीं जिन्हां दी याद मनाई जा रही, उहदा कारण कोई होर है। ये पैसिਆਂ ते ਜ਼ਮੀਨਾਂ करके नहीं, ये भगती जिन्हां दी गुरु नूं परवान होई, उन्हां दी वडियाई वध गई। वो शरीर करके चले जांदे ने, सदियां तक दुनिया उन्हां दी वडियाई करती रहती है। पता जे क्यों? क्योंकि वो वडियाई जदों शरीर विच रहिंदे ने वडियाई लैंदे नहीं, वडियाई दुनिया दी लैके गुरु नानक नूं जमा करा दिंदे ने। वो वडियाई रखदे नहीं लोकां दी, मत्थे नहीं टकाउंदे। संसार दे लोग उन्हां नूं पूजदे ने, वो सारी वडियाई गुरु नानक नूं सौंप दिंदे ने। वडियाई इन्नी वध जांदी है, शरीर करके चले जांदे ने, दुनिया बाद विच भी वडियाई करती रहती है। ये तुहाडा तजर्बा रहना सीधी जी, मेरी तां कथा ही पिंडां वाली हुंदी है। जिहड़े पैसे जेब विच रख लो ना, भावें 10,000 पा लो, 5-10 दिन ही मुक जांदा है। कुछ पैसों का तेल भरा लिया जी, ड्रम भरा लिया जी, कुछ खंड सौदे होर ले आंदे जी, किसी का कोई थोड़े दिनों बाद जेब वाले पैसे मुक जाते हैं। ते जेड़े पैसे बैंक में जमा करा दो, वो पैसे साध संगत उसे 24 घंटिया बाद ब्याज लगन लग पैंदा है। भावें 1-2 रुपये लगन, वो पैसों नाल ब्याज जुड़ना शुरू हो जाता है। कदे अपनी बैंक की कापी चुक के वेखियो, साध संगत वो 2-4 महीनों बाद इंटरस्ट नाल लाउंदे रहिंदे ने, थोड़े थोड़े पैसे जुड़ते रहिंदे ने। इदां हुंदा है। बैंक भावें तुहानूं थोड़े परसेंट ही देवे, जेड़े पैसे जमा करा दिते वो पैसों नाल ब्याज लग के पैसे वधदे ने। जेड़े पैसे जेब च रख लो वो चल जाते ने, खर्च हो जाते ने। इहो गल मेरे गुरु नानक दे घर दी है। जेड़ा सिख वडियाइयां लैके हंकार च कवे मैं कुछ बन गया, ओदियां वडियाइयां मुक जांदियां ने। जेड़ा वडियाई लैके गुरु नानक नूं सौंप दे, ओदी वडियाई वधन लग पैंदी है। शरीर करके एक दिन चले जाते ने, उन्हां दी वडियाई लोक विच भी सदा रहिंदी है, परलोक विच भी हुंदी है। अज जिन्हां दी वडियाई च बैठे ना आपां, जिन्हां दी महिमा करन वास्ते बाबा महिमा जी दी याद जुड़े हो, इन्हां वडियाइयां दुनिया दियां लैके रखियां नहीं। संसार दे लोकां ने कहा बाबा महिमा पुज गया, उन्हें कहा नहीं हो, मैं तां नानक दे घर दा सेवादार है, वडियाई रखी नहीं, गुरु नानक नूं सौंप दित्ती। दुनिया वडियाई करती है, वो गुरु नूं सौंप के की कहंदे ने, साध संगत ते हर जपण वाले गुरसिख दी इंडिविजुअल अरदास होनी चाहिए है, परसनल गुरु नूं अरदास करनी चाहिए है। आपां ये पंक्ति पंथक तौर पर शामिल की हुई है, सांझे तौर पर ताइयों शामिल की है। जदों अरदास शुरू होवे आह पंक्ति पढ़ी जाती है। वैसे हर गुरसिख नूं जिन्हों माड़ी मोटी वडियाई मिलण लग जाए, उन्होंने ये अरदास गुरु नूं रोज करनी चाहिए है। जिन्हां दी याद विच उन्हां दे स्थान ते बैठे हो, उन्हीं गुरु नानक दे चरनां विच रोज अरदास कीती है। किहड़ी? तुदे आगे अरदास हमारी, पढ़ो, तुदे आगे अरदास जीओ पिंड सब तेरा। हे गुरु नानक साहब, आ जिंद भी तेरी है, पिंड शरीर भी तेरा है, ते जेड़ी शरीर नूं वडियाई वो भी तेरी है, अपने कोल नहीं रखी। अरदास कीती जीओ पिंड सब तेरा, कहो नानक सब तेरी वडियाई, कोई नाओ न जाने। गज के कहो नानक सब तेरी वडियाई, कोई नाओ न। अज तां उन्हां दी याद आज चैनल दे माध्यम राही पूरे वर्ल्ड विच वडियाई जा रही है। क्यों?
उन्हीं वडियाई रखी नहीं। गुरु नानक नूं सौंप के कहा, एक बार सारे गज के कहो, कहो नानक सब तेरी वडियाई, कोई नाओ न जाने, कोई नाओ न जाने मेरा। कहो नानक सब तेरी वडियाई, कोई नाओ न जाने मेरा। कहो नानक सब तेरी वडियाई, कोई नाओ न जाने। कहो नानक सब कोई नाओ न जाने मेरा। कहो ना जिन्नी संगत बैठी है ਤੁਹਾਡੀ आवाज तो बिले तक पहुंच जाए, तगड़े होके बोलो जरा, गज के कहो, कोई नाओ न जाने मेरा। कहो नानक सब तेरी वडियाई, कोई नाओ न जाने मेरा। कहो नानक सब तेरी वडियाई, कोई नाओ न जाने। कहो नानक वाह वाह, कोई नाओ न जाने। कहो नानक तुद आगे अरदास हमारी, तुद आगे अरदास हमारी। तुद जियो पिंड सब तेरा, को नानक सब तेरी वडियाई, कोई नाओ न जाने मेरा। कहो नानक सब तेरी वडियाई, कोई नाओ न जाने। कहो नानक कोई नाओ न जाने। साध संगत फिर उन्हां दी वडियाई बदनी शुरू होई। श्री गुरु अर्जन देव महाराज जी नूं एक दिन सिखां ने सवाल किया, कहंदे महाराज बाबा बुढ़ा साहब दी उम्र वड्डी है, फिर की होया? महाराज है तां तुहाडा सिख ही ना बाबा बुढ़ा। गुरु अर्जन देव महाराज बाबे बुढ़े दी उम्र वड्डी है, उन्हें 5 पातशाहियां तुहाडे तक गुरु नानक साहब महाराज तो लैके दर्शन सेवा की है। महाराज है तां बाबा बुढ़ा सिख ही ना। जदों गुरु अर्जन देव महाराज तुहानूं बाबा बुढ़ा साहब मिलदे ने, तुसीं बाबे बुढ़े नूं वेख के हथ जोड़ के सीस क्यों झुकाउंदे हो? जदों गुरु अर्जन देव महाराज नूं बाबा बुढ़ा साहब दे दर्शन होने ना, गुरु अर्जन देव महाराज ने अदब करके हाथ जोड़ना ते सिर नवाना। बाबा बुढ़ा साहब जी ने चरना च नमस्कार करनी, पर गुरु अर्जन देव महाराज जी ने आप अदब करदियां फिर हाथ जोड़ के सिर नवाना। ते सिखां दे अंदर शंका हो गया, गुरु अर्जन देव महाराज बाबे बुढ़े नूं हाथ जोड़ के सीस क्यों नवाउंदे ने? ये ठीक है उम्र वड्डी है, 5वें पातशाह तक गुरु नानक साहब तो लैके सेवा दर्शन का वक्त गुजर गया, पर है तां सिख ही। सिखा सवाल किया, महाराज क्यों? गुरु अर्जन देव महाराज कहते, भाई असीं बाबे बुढ़े दे शरीर नूं हाथ जोड़ के सिर नहीं नवाउंदे, असीं बाबे बुढ़े दे शरीर नूं मत्था नहीं टेकदे। कहते महाराज फिर? कहते तुसीं कहंदे हो बाबे बुढ़े दी उम्र वड्डी है, फिर की होया? असीं बाबे बुढ़े दे शरीर नूं मत्था नहीं टेकदे। महाराज गुरु अर्जन देव महाराज बोले, कहंदे बाबे बुढ़े दे सिदक करके साडे हाथ जोड़दे ने, बाबे बुढ़े दी सिक्खी करके हाथ जोड़दे ने। ओ बाबा बुढ़ा सिक्खी दी हद है, बाबा बुढ़ा सिदक दी हद है। बाबे बुढ़े वर्गा किसे वे सिदक नहीं, बाबे बुढ़े दे सिदक करके साडा सिर झुक जाता है। सिख कहंदे महाराज बाबे बुढ़े दे सिदक करके तुसी सीस झुकाउंदे हो, बाबे बुढ़े दे अंदर सबर बहुत है,
ਤਾਂ ਤੁਸੀਂ ਸੀਸ ਝੁਕਾਉਂਦੇ ਹੋ। ਬਾਬੇ ਬੁੱਢੇ ਨੂੰ ਗੁਰੂ ਨਾਨਕ ਕਹਿ ਗਏ ਨੇ, ਬੁੱਢਿਆ ਤੇਰੇ ਤੋਂ ਕਦੇ ਓਲੇ ਨਾ ਹੋਸੀ, ਜਿੱਥੇ ਤੇਰਾ ਵਾਸਾ ਉੱਥੇ ਗੁਰੂ ਨਾਨਕ ਦਾ ਵਾਸਾ। ਤੇ ਸਿੱਖਾਂ ਫਿਰ ਇੱਕ ਗੱਲ ਕਹੀ, ਕਹਿੰਦੇ ਮਹਾਰਾਜ ਜਦੋਂ ਸਿੱਖ ਗੁਰੂ ਨੂੰ ਮੱਥਾ ਟੇਕਦਾ ਕੁਝ ਨਾ ਕੁਝ ਮਨ ਵਿੱਚ ਮੰਗਦਾ, ਮਹਾਰਾਜ ਤੁਸੀਂ ਬਾਬੇ ਬੁੱਢੇ ਦੇ ਦਰਸ਼ਨ ਕਰਕੇ ਹੱਥ ਜੋੜ ਕੇ ਸਿਰ ਨਿਭਾਉਂਦੇ ਹੋ, ਕੱਲਾ ਮੱਥਾ ਹੀ ਟੇਕਦੇ ਹੋ ਕਿ ਮਨ 'ਚ ਕੁਝ ਮੰਗਦੇ ਵੀ ਹੋ? ਸਿੱਖ ਤਾਂ ਮੰਗਦਾ ਗੁਰੂ ਕੋਲੋਂ, ਮਹਾਰਾਜ ਤੁਸੀਂ ਤਾਂ ਗੁਰੂ ਹੋ। ਬਾਬੇ ਬੁੱਢੇ ਵਰਗੇ ਸਿੱਖ ਦੇ ਦਰਸ਼ਨ ਕਰਕੇ ਮਹਾਰਾਜ ਤੁਸੀਂ ਮੰਗਦੇ ਵੀ ਹੋ ਕੁਝ ਮਨ ਵਿੱਚ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਬਚਨ ਬੜੇ ਪਿਆਰੇ ਕਹੇ, ਧੁਰ ਕੀ ਬਾਣੀ ਦੇ ਅੰਦਰ ਉਹ ਬਾਣੀ ਦਰਜ ਹੈ। ਗੁਰੂ ਅਰਜਨ ਦੇਵ ਮਹਾਰਾਜ ਬੋਲੇ, ਕਹਿੰਦੇ ਬਾਬੇ ਬੁੱਢੇ ਵਰਗੇ ਕੋਈ ਸਿੱਧਕੀ ਸਿੱਖ ਹੋਣ, ਬਾਬੇ ਬੁੱਢੇ ਵਰਗੇ ਭਾਣੇ ਵਿੱਚ ਚੱਲਣ ਵਾਲੇ ਸਿੱਖ ਹੋਣ, ਬਾਬੇ ਬੁੱਢੇ ਵਰਗੇ ਰਜਾ ਮੰਨਣ ਵਾਲਾ ਕੋਈ ਸਿੱਖ ਹੋਵੇ। ਕਹਿੰਦੇ ਭਾਈ ਅਸੀਂ ਬਾਬੇ ਬੁੱਢੇ ਦੇ ਦਰਸ਼ਨ ਕਰਕੇ ਕੱਲੇ ਹਾਥੀ ਨਹੀਂ ਜੋੜਦੇ। ਜਦੋਂ ਬਾਬੇ ਬੁੱਢੇ ਦੇ ਦਰਸ਼ਨ ਹੁੰਦੇ ਨਾ, ਗੁਰੂ ਅਰਜਨ ਦੇਵ ਮਹਾਰਾਜ ਬੋਲੇ, ਕਹਿੰਦੇ ਉਦੋਂ ਮੰਗੀ ਦਾ ਵੀ ਆ ਮਨ ਵਿੱਚ। ਮਹਾਰਾਜ ਤੁਸੀਂ ਕੀ ਮੰਗਦੇ ਹੋ? ਕਹਿੰਦੇ ਅਕਾਲ ਪੁਰਖ ਰੱਬ ਦੇ ਕੋਲੋਂ। ਉਦੋਂ ਚਿੱਤ ਵਿੱਚ ਧਾਰ ਕੇ ਮੰਗੀ ਦਾ, ਹੇ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਵਾਹਿਗੁਰੂ, ਬਾਬੇ ਬੁੱਢੇ ਵਰਗੇ ਸਿੱਧਕੀ ਸਿੱਖਾਂ ਦੀ ਚਰਨ ਧੂੜ ਬਖਸ਼ੋ। ਸਾਧ ਸੰਗਤ ਇੱਥੋਂ ਤੱਕ ਗੁਰਸਿੱਖਾਂ ਨੂੰ ਵਡਿਆਈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੰਗਤਾਂ ਦੇ ਚਰਨ ਘੁੱਟਦੇ ਰਹੇ, ਸਾਨੂੰ ਸਿਖਾਇਆ ਭਾਈ ਐਵੇਂ ਨਿੰਦਿਆ ਵਿੱਚ ਵਕਤ ਨਾ ਗੁਜ਼ਾਰ ਦਿਓ। ਕੋਈ ਪਤਾ ਨਹੀਂ ਸੰਗਤ ਵਿੱਚ ਕਿੰਨਾ ਨਿਤਨੇਮੀ ਸਿੱਖ ਬੈਠਾ ਹੋਇਆ, ਕੋਈ ਪਤਾ ਨਹੀਂ ਸੰਗਤ ਵਿੱਚ ਕਿੰਨਾ ਅੰਮ੍ਰਿਤ ਵੇਲੇ ਜਾਗ ਕੇ ਗੁਰੂ ਦਾ ਪਿਆਰ ਮੰਨਣ ਵਾਲਾ ਸਿੱਖ ਬੈਠਾ ਹੋਵੇ, ਕੋਈ ਪਤਾ ਨਹੀਂ ਕਿਸੇ ਦੀ ਕਿੰਨੀ ਸੇਵਾ ਹੈ। ਇਸ ਲਈ ਕਦੇ ਚਿੱਤ ਵਿੱਚ ਨਿੰਦਿਆ ਅਹੰਕਾਰ ਨਾ ਕਰੋ। ਗੁਰੂ ਅਰਜਨ ਦੇਵ ਮਹਾਰਾਜ ਬੋਲੇ, ਬਾਬੇ ਬੁੱਢੇ ਵਰਗੇ ਸਿੱਧਕੀ ਸਿੱਖ ਮਿਲਣ, ਉਹਨਾਂ ਦੀ ਚਰਨ ਧੂੜ ਮੰਗੀ ਦੀ ਹੈ। ਜਦੋਂ ਬਾਬੇ ਬੁੱਢੇ ਦੇ ਦੀਦਾਰ ਹੁੰਦੇ ਨੇ, ਗੁਰੂ ਅਰਜਨ ਦੇਵ ਮਹਾਰਾਜ ਬੋਲੇ, ਕਹਿੰਦੇ ਚਿੱਤ ਵਿੱਚ ਕਹੀਦੇ ਬਾਬੇ ਬੁੱਢੇ ਵਰਗੇ ਸਿੱਖਾਂ ਦੀ ਚਰਨ ਧੂੜ ਬਖਸ਼ੋ। ਕਿਉਂਕਿ ਚਰਨ ਧੂੜ ਦੇ ਨਾਲ ਹਜ਼ੂਰ ਕਹਿੰਦੇ ਵੱਡੇ ਵੱਡੇ ਪਾਪੀਆਂ ਦਾ ਉਧਾਰ ਹੋ ਜਾਂਦਾ ਹੈ। ਬਾਬੇ ਬੁੱਢੇ ਵਰਗੇ ਸਿੱਧਕੀ ਸਿੱਖਾਂ ਦੀ ਚਰਨ ਧੂੜ ਮਿਲ ਜਾਏ, ਬਾਬੇ ਬੁੱਢੇ ਦੀ ਚਰਨ ਧੂੜ ਨਾਲ ਪਾਪੀਆਂ ਦੇ ਪਾਪ ਕੱਟੇ ਜਾਂਦੇ ਨੇ। ਐਵੇਂ ਨਹੀਂ ਬਾਬਾ ਬੁੱਢਾ ਸਾਹਿਬ। ਗੁਰੂ ਅਰਜਨ ਦੇਵ ਮਹਾਰਾਜ ਨੇ ਵਡਿਆਈ ਬਖਸ਼ੀ। ਪਾਤਸ਼ਾਹ ਨੇ ਫਿਰ ਬਚਨ ਕਹੇ, ਗੁਰ ਸਿੱਖੀ ਭਾਣਾ ਮੰਨਿਆ। ਬਾਬੇ ਬੁੱਢੇ ਵਰਗੇ ਗੁਰਸਿੱਖਾਂ, ਗੁਰ ਸਿੱਖੀ ਭਾਣਾ ਮੰਨਿਆ, ਗੁਰਪੂਰਾ ਪਾਰ ਲੰਘਾਏ, ਗੁਰ ਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਪੀਗਤ ਬਾਹੇ। ਜਦੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਸਰੂਪ ਤਿਆਰ ਹੋਵੇ ਨਾ, ਤਾਂ ਗੁਰੂ ਅਰਜਨ ਦੇਵ ਮਹਾਰਾਜ ਪੁੱਛਦੇ, ਭਾਈ ਗੁਰਦਾਸ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਬਖਸ਼ਣੀ ਹੈ, ਦੱਸੋ ਸਭ ਤੋਂ ਪਵਿੱਤਰ ਆਤਮਾ ਕਿਹੜੀ ਹੈ? ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਿਰੰਕਾਰ ਹੈ, ਨਿਰੰਕਾਰ ਦੀ ਸੇਵਾ ਸੰਭਾਲ ਕਿਸੇ ਪਵਿੱਤਰ ਆਤਮਾ ਨੂੰ ਦੇਣੀ ਹੈ। ਭਾਈ ਗੁਰਦਾਸ ਤੁਹਾਡੀ ਨਜ਼ਰ ਵਿੱਚ ਕੌਣ ਹੈ ਸਭ ਤੋਂ ਪਵਿੱਤਰ? ਦੇਖਿਓ ਭਾਈ ਗੁਰਦਾਸ ਸਾਹਿਬ ਕਿੰਨੇ ਵਿਦਵਾਨ ਨੇ, ਕਿੰਨੀਆਂ ਭਾਸ਼ਾਵਾਂ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਸ਼ਬਦ ਆਏ। ਪਾਤਸ਼ਾਹ ਦੇ ਕੋਲ ਇੰਨੇ ਸਾਲ ਲੈ ਕੇ ਲਿਖਿਆ, ਬ੍ਰਿਜ ਭਾਸ਼ਾ ਆਉਂਦੀ ਹੈ, ਇੰਨੇ ਵੱਡੇ ਕਵੀ ਵਿਦਵਾਨ ਸੁਲਝੇ। ਫਿਰ ਗੁਰੂ ਅਰਜਨ ਦੇਵ ਮਹਾਰਾਜ ਦੇ ਰਿਸ਼ਤੇਦਾਰ ਭਾਈ ਗੁਰਦਾਸ ਸਾਹਿਬ, ਗੁਰੂ ਅਰਜਨ ਦੇਵ ਮਹਾਰਾਜ ਦੇ ਰਿਸ਼ਤੇਦਾਰ। ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੁੱਛਦੇ, ਭਾਈ ਗੁਰਦਾਸ ਦੱਸੋ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਬਖਸ਼ਣੀ ਹੈ ਕਿਹੜੇ ਸਿੱਖ ਨੂੰ ਦਈਏ? ਭਾਈ ਗੁਰਦਾਸ ਇਹ ਵੀ ਕਹਿ ਸਕਦੇ ਸੀ, ਮਹਾਰਾਜ ਮੈਨੂੰ ਇੰਨਾ ਗਿਆਨ ਹੈ, ਮੈਂ ਲਿਖਿਆ, ਮੇਰੇ ਕੋਲੋਂ ਲਿਖਵਾਉਣ ਦੀ ਸੇਵਾ, ਇਹ ਸੇਵਾ ਹੀ ਮੈਨੂੰ ਦੇ ਦਿਓ। ਨਹੀਂ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਭ ਤੋਂ ਪਵਿੱਤਰ ਆਤਮਾ ਕੋਈ ਗੁਰਸਿੱਖ ਲੱਭੋ
ਜਿਹਨੂੰ ਨਿਰੰਕਾਰ ਦੀ ਸੇਵਾ ਸੰਭਾਲ ਦਈਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਾਹ ਵਾਹ ਬਾਣੀ ਨਿਰੰਕਾਰ ਹੈ। ਤੇ ਭਾਈ ਗੁਰਦਾਸ ਸਾਹਿਬ ਨੇ ਫਿਰ ਸੋਚ ਕੇ ਪਤਾ ਕੀ ਕਿਹਾ, ਕਹਿੰਦੇ ਮਹਾਰਾਜ ਮੇਰੀ ਅਲਪ ਬੁੱਧੀ ਹੈ, ਪਰ ਮੇਰੇ ਮਨ ਚੋਂ ਆਵਾਜ਼ ਆਉਂਦੀ ਜੇ ਸਭ ਤੋਂ ਕੋਈ ਪਵਿੱਤਰ ਆਤਮਾ ਹੈ ਉਹ ਧੰਨ ਬਾਬਾ ਬੁੱਢਾ ਸਾਹਿਬ ਹੈ। ਜੇ ਸੇਵਾ ਦੇਣੀ ਬਾਬਾ ਬੁੱਢਾ ਸਾਹਿਬ ਨੂੰ ਦੇ। ਉਦੋਂ ਉਮਰ ਪਤਾ ਕਿੰਨੀ ਬਾਬਾ ਬੁੱਢਾ ਸਾਹਿਬ ਦੀ? 98 ਸਾਲ ਦੀ ਉਮਰ ਹੈ। ਇੱਕ ਨੁਕਤਾ ਮੈਂ ਹੋਰ ਬਿਆਨ ਕਰ ਦਿਆਂ 2-3 ਮਿੰਟ ਹੈ। ਸਾਧ ਸੰਗਤ ਦੁਨੀਆ ਦੀ ਨੌਲੇਜ ਨਾਲ ਗੁਰੂ ਦੀ ਵਿਆਖਿਆ ਨਹੀਂ ਹੋ ਸਕਦੀ। ਬਹੁਤ ਲੋਕ ਨੇ ਜਿਹੜੇ ਆ ਹੁਣ ਜਦੋਂ ਨੈਟ ਤੇ ਫੇਸਬੁੱਕ ਤੇ ਕਥਾ ਚੱਲਦੀ ਹੈ, ਅਸੀਂ ਤਾਂ ਕਮੈਂਟਰੀ ਪੜ੍ਹਨੇ ਬੰਦ ਕੀਤੇ ਹੋਏ ਨੇ, ਕਈ ਥੱਲੇ ਕਮੈਂਟਰੀ ਹੋਰ ਕਰਦੇ ਨੇ। ਸਾਧ ਸੰਗਤ ਦੁਨੀਆ ਦੇ ਗਿਆਨ ਨਾਲ ਗੁਰੂ ਦੀ ਵਿਆਖਿਆ ਨਹੀਂ ਤੁਸੀਂ ਕਰ ਸਕਦੇ। ਗੁਰੂ ਦਾ ਕੋਈ ਅੰਤ ਨਹੀਂ, ਗੁਰੂ ਦੇ ਘਰ ਦੀ ਸਿੱਖੀ ਦਾ ਕੋਈ ਅੰਤ ਨਹੀਂ ਹੈ। ਇਹ ਕਿਵੇਂ ਹੋ ਗਿਆ ਜੀ? ਇਹ ਕਿਵੇਂ ਹੋ ਸਕਦਾ ਹੈ? ਇਹ ਦੁਨੀਆ ਦੇ ਗਿਆਨ ਨਾਲ ਗੁਰੂ ਨੂੰ ਵਿਅਕਤੀ ਨਾ ਸਮਝੋ। ਉਹ ਕੁਝ ਗੁਰੂ ਕਰ ਦਿੰਦਾ ਜਿਹਨੂੰ ਲੋਕ ਕਹਿੰਦੇ ਇੰਪੋਸੀਬਲ। ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਕਰਾਵੇ, ਖਲ ਮੂਰਖ ਤੇ ਪੰਡਤ ਕਰਬੋ, ਪੰਡਤ ਤੇ ਮੁਗਧਾਰੀ। ਗੁਰੂ ਆ ਕੁਝ ਕਰ ਦਿੰਦਾ। ਤੇ ਇੱਕ ਬਾਰੀ ਨੁਕਤਾ ਦੱਸਾਂ, ਦੁਨੀਆ ਦੀ ਨੌਲੇਜ ਵਿੱਚ ਕੀ ਹੈ ਜੀ? ਤੁਸੀਂ ਪੜ੍ਹੇ ਲਿਖੇ ਬੈਠੇ ਹੋ, 18 ਸਾਲ ਦੀ ਉਮਰ ਤੋਂ ਘੱਟ ਦਾ ਬੱਚਾ ਹੋਵੇ, 18 ਸਾਲ ਤੋਂ ਘੱਟ, ਉਹਦਾ ਡਰਾਈਵਿੰਗ ਲਾਇਸੈਂਸ ਨਹੀਂ ਬਣਦਾ, ਉਹਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ, ਉਹਨੂੰ ਕਿਸੇ ਨੌਕਰੀ ਅਹੁਦੇ ਤੇ ਨਿਯੁਕਤ ਨਹੀਂ ਕੀਤਾ ਜਾ ਸਕਦਾ। 18 ਸਾਲ ਤੋਂ ਉਮਰ ਘੱਟ ਹੈ, ਉਹਦੀ ਵਿਆਹ ਸ਼ਾਦੀ ਆਨੰਦ ਕਾਰਜ ਨਹੀਂ। 18 ਸਾਲ ਤੋਂ ਉਮਰ ਘੱਟ ਹੈ, ਡਰਾਈਵਿੰਗ ਲਾਇਸੈਂਸ ਨਹੀਂ। 18 ਸਾਲ ਤੋਂ ਉਮਰ ਘੱਟ ਹੈ, ਵੋਟ ਦਾ ਅਧਿਕਾਰ ਨਹੀਂ ਮਿਲਦਾ। ਗੁਰੂ ਦੀ ਕੀ ਵਿਆਖਿਆ ਕਰੋਗੇ? ਤਾਂ ਦੁਨੀਆ ਦੀ ਨੌਲੇਜ ਹੈ ਨਾ, 18 ਸਾਲ ਉਮਰ ਹੋਣੀ ਚਾਹੀਦੀ ਹੈ ਤਾਂ ਵੋਟ ਦਾ ਅਧਿਕਾਰ, ਤਾਂ ਲਾਇਸੈਂਸ। ਪਰ ਗੁਰੂ ਦੇ ਘਰ ਵਿੱਚ ਇਹ ਚੀਜ਼ਾਂ ਨਹੀਂ। ਇੱਥੇ 5 ਸਾਲ ਦੀ ਉਮਰ ਦਾ ਗੁਰੂ ਹਰਕ੍ਰਿਸ਼ਨ ਸਾਹਿਬ ਸੱਚਾ ਪਾਤਸ਼ਾਹ ਗੁਰੂ ਬਣ ਜਾਂਦਾ ਹੈ। ਕੀ ਵਿਆਖਿਆ ਕਰੋਗੇ? ਕਹੋਗੇ ਕਿਵੇਂ ਹੋ ਗਿਆ? 5 ਸਾਲ ਦੀ ਉਮਰ ਦਾ ਸੱਚਾ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ। ਹੁਣ ਦੂਜੇ ਪਾਸੇ ਲੈ ਜਾਓ, 60 ਸਾਲ ਦੀ ਉਮਰ ਹੋ ਜਾਏ ਨਾ, 60 ਦੀ ਰਿਟਾਇਰ ਕਰ ਦਿਓ, ਇਹੀ ਕਹਿੰਦੇ ਗਵਰਨਮੈਂਟ ਵਾਲੇ। 60 ਸਾਲ ਦੀ ਉਮਰ ਹੈ, ਰਿਟਾਇਰ ਹੈ, ਇਹਨੂੰ ਰਿਟਾਇਰ ਕਰ ਦਿਓ। ਬੰਦਾ ਤਕੜਾ ਵੀ ਹੋਵੇ, ਕਹਿੰਦੇ ਨਹੀਂ ਜੀ ਉਮਰ ਹੋ ਗਈ, ਰਿਟਾਇਰ ਕਰ ਦਿਓ। ਕਈ ਬੰਦੇ ਰਿਟਾਇਰ ਹੋ ਕੇ 2-2 ਨੌਕਰੀਆਂ ਵੀ ਕਰ ਲੈਂਦੇ। 60 ਸਾਲ ਦੀ ਉਮਰ ਦੁਨੀਆ ਦੀ ਨੌਲੇਜ ਵਿੱਚ ਰਿਟਾਇਰ, ਇਹ ਬੰਦਾ ਕੰਮ ਕਰਨ ਦੇ ਯੋਗ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਸੱਚ ਹੈ, ਦੁਨੀਆ ਦੀ ਨੌਲੇਜ ਵੀ ਇਸ ਤਰ੍ਹਾਂ ਚੱਲਦੀ ਹੈ। ਮਨਮੁਖਾਂ ਤੇ ਸੰਸਾਰ ਦੇ ਆਮ ਲੋਕਾਂ ਤੇ ਕਾਨੂੰਨ ਲਾਗੂ ਹੁੰਦਾ ਹੈ ਕਿ 60 ਕੇ ਬੁਢੇਪਾ ਆਵੇ, 70 ਕਾ ਮਤਹੀਣ। 17 ਸਾਲਾਂ ਦੀ ਉਮਰ ਹੋਵੇ, ਘਰ ਵਾਲੇ ਕਹਿੰਦੇ ਬਾਪੂ ਤੂੰ ਬੈਠ ਰਿਹਾ, ਤੈਨੂੰ ਨਹੀਂ ਪਤਾ ਕੀ ਗੱਲ ਚੱਲਦੀ ਹੈ। 17 ਸਾਲਾਂ ਦਾ ਬਜ਼ੁਰਗ ਕਵੇ ਕਾਕਾ ਵਿਆਹ ਦੀਆਂ ਗੱਲਾਂ ਕਰਦੇ ਹੋ, ਕਿਹਦੇ ਵਿਆਹ ਆ, ਕੀ ਗੱਲ ਹੈ? ਬਾਪੂ ਤੂੰ ਨਾ ਬੋਲਿਆ ਕਰ, ਤੂੰ ਬਹਿ ਜਾ ਚੁੱਪ। ਉਹਨੇ ਇੰਨੇ ਵਿਆਹ ਕੀਤੇ ਹੁੰਦੇ ਨੇ, ਉਹਨੂੰ ਕਹਿੰਦੇ ਤੂੰ ਚੁੱਪ ਕਰ ਜਾ। ਕਿਉਂ ਬਈ? 70 ਕਾ ਮਤਹੀਣ, 80 ਕਾ ਵਿਵਹਾਰ ਨਾ ਪਾਵੇ। 80 ਸਾਲਾਂ ਦੇ ਨੂੰ ਕੌਣ ਲੈ ਕੇ ਜਾਂਦਾ ਹੈ? ਇਹ ਦੁਨੀਆ ਦੀ ਗੱਲ ਹੈ। ਪਰ ਹੁਣ ਮੇਰੇ ਗੁਰੂ ਨਾਨਕ ਦੇ ਘਰ ਦੀ ਵਿਆਖਿਆ ਸੁਣਿਓ, ਇੱਥੇ ਉਮਰਾਂ ਦੇ ਕੋਈ ਤਕਾਜ਼ੇ ਨਹੀਂ। ਮਾਫ ਕਰਿਓ, ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ, ਪਹਿਲੇ ਗ੍ਰੰਥੀ ਗ੍ਰੰਥ ਦੀ ਸੇਵਾ ਸੰਭਾਲ ਸੌਂਪਣੀ ਹੈ। ਤੇ ਬਾਬਾ ਬੁੱਢਾ ਸਾਹਿਬ ਦੀ ਉਮਰ ਪਤਾ ਕਿੰਨੀ? 98 ਸਾਲ ਦੀ ਹੈ। ਕੋਈ ਉਮਰ ਦਾ ਤਕਾਜ਼ਾ? ਕੀ ਵਿਆਖਿਆ ਕਰ ਲਓਗੇ? ਲੋਕੀ ਕਹਿਣਗੇ 98 ਸਾਲ ਦੇ ਬਜ਼ੁਰਗ ਨੂੰ ਕਿਉਂ ਲਾਇਆ ਇੱਥੇ? 60 ਸਾਲ ਦਾ ਤੇ ਰਿਟਾਇਰ ਹੋ ਜਾਂਦਾ। ਨਹੀਂ ਹੋ ਸੱਜਣੋ, ਉਹ ਦੁਨੀਆ ਤੇ ਲਾਗੂ ਹੁੰਦਾ ਹੈ। ਇੱਥੇ ਗੁਰੂ ਨਾਨਕ ਦੇ ਘਰ ਵਿੱਚ ਗੁਰਮੁਖ ਬੁੱਢੇ ਕਦੇ ਨਹੀਂ, ਜਿਨ ਅੰਤਰ ਸੁਰਤ ਗਿਆਨ। ਭਾਈ ਗੁਰਦਾਸ ਸਾਹਿਬ ਕਹਿੰਦੇ ਜੀ ਮੇਰੀ ਨਜ਼ਰ ਵਿੱਚ ਸਭ ਤੋਂ ਪਵਿੱਤਰ ਬਾਬਾ ਬੁੱਢਾ ਸਾਹਿਬ ਹੈ। ਕਹਿੰਦੇ ਜਾਓ ਫਿਰ 5 ਗੁਰਸਿੱਖ ਜਾਓ, ਬਾਬੇ ਦੀ ਵੀੜ ਤੋਂ ਬਾਬੇ ਨੂੰ ਲੈ ਕੇ ਆਓ। ਬਾਬਾ ਬੁੱਢਾ ਸਾਹਿਬ ਨੂੰ ਲਿਆਂਦਾ। ਗੁਰੂ ਅਰਜਨ ਦੇਵ ਮਹਾਰਾਜ ਬੋਲੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਪ੍ਰਕਾਸ਼। ਬਾਬਾ ਬੁੱਢਾ ਸਾਹਿਬ ਇਹ ਤੁਹਾਡੇ ਪਵਿੱਤਰ ਕਰ ਕਮਲਾਂ ਨੂੰ ਬਖਸ਼ਣਾ ਹੈ। ਆਦਿ ਗੁਰੂ ਗ੍ਰੰਥ ਸਾਹਿਬ ਨਿਰੰਕਾਰ ਨੇ ਤੇ ਤੁਸੀਂ ਨਿਰੰਕਾਰ ਦੀ ਸੰਭਾਲ ਕਰਨੀ। ਹੱਥ ਜੋੜ ਪਤਾ ਕੀ ਬੋਲੇ? ਕਹਿੰਦੇ ਮਹਾਰਾਜ
मैं अनपढ़ जिहा जिमींदार, महाराज मेरे तो नौहां विच मिट्टी नहीं निकलती, सारा दिन उत्थे महाराज घाह खोतण दा काम, मैं सादा जिहा अनपढ़ जिमींदार, महाराज ये किसी पढ़े लिखे नूं दिओ सेवा। महाराज मेरे हाथ तां वेखो, पैरों दी अड्डियां फटियां ने, हाथ वेखो महाराज त्रेड़ा नौहां च मिट्टी फसी है। महाराज ना ना ये सेवा किसी होर नूं। गुरु अर्जन देव महाराज फिर प्यार च बोले, कहंदे बाबा बुढ़ा साहब बाणी दी सेवा करनी है, तुसीं कहंदे हो हाथ फटे ने, नौहां च मिट्टी फसी है। इस गुरु ग्रंथ साहिब विच बाणी उन्हां दी है जिन्हां दे नौहां च मिट्टी फसी रहिंदी सी। इस ग्रंथ विच बाणी उन्हां दी है जिहड़े जोड़े गंढदे सन, हथ काले ने, कपड़े सिउंदे सन, हथ मैले ने, कपड़े बुनन वालियां दी बाणी है। इत्थे जोड़े झाड़न वालियां दी, जोड़े गंढण वालियां दी बाणी है। इत्थे बाबे सैन दी बाणी है जिहड़ा दूजियां दे पैर घुट के मालिश करदा है। गुरु अर्जन देव महाराज का हुक्म मन के सत वजन के फिर धन गुरु अर्जन देव महाराज बोले, ओ गुरु के सिखो ये मान वड्याई बाबे बुढ़े नूं पता क्यों? बाबा बुढ़ा साहब दे सिदक नूं नमस्कार है। बाबे बुढ़े वर्गे सिदकी सिख होण, उन्हां दी चरण धूड़ लैंदियां पापियां दे पाप लथ जांदे ने। अज तुसीं बाबा बुढ़ा साहब दे नाल रह के सेवा करन वाले, उन्हां दा रूप होए, उन्हां दियां बख्शिशां लैण वाले बाबा महिमा जी दे स्थान ते बैठे हो, अरदास करके जाओ, हे गुरु ग्रंथ साहिब महाराज साडी झोली विच सिੱਖੀ दी दात पाओ, असीं सिੱਖੀ सिदक कमा सकीए। तुहाडे सिदक वाले सिखां दी याद विच बैठे आ, महाराज साडे परिवारां विच सिੱਖੀ बख्शो, चढ़दी कला बख्शिश करो। गुरु दे कोलों अमृत दी दात ते सिੱਖੀ मंगियो। एक बार आप मिल के कह दईए समा समाप्त है। जो गुरु अर्जन देव महाराज जी ने आख्या आपां भी वो कहीए, कहो बाबा बुढ़ा साहब ते बाबा महिमा जी दे चरनां दा ध्यान धर के, क्योंकि वो परवान सिख ने ना, वो परवान हुए गुरु ने सिख ने, वो सिख ने जिन्होंने भाई गुरदास जी ने कहा गुरमुख जन्म सकार था, गुरबाणी पढ़ समझ सुने ही। आओ उन्होंने चित्त करके की कहना है, गुर सिखा की हर तोड़ दे, गुर सिखा की हर तोड़ दे, गुर सिखा की हर, गुर सिखा गज के बोलिया करो। मैनू पता है मैं तेजे विले तक आया, इधर नूं मेरे पिंड अजे रहिंदे ने, जे 2-4 दीवान सियालां च लग गए तुसीं उच्ची उच्ची धारना पढ़न लग पैणी, क्योंकि तुहानूं सौण थोड़ी देने। ये थोड़ी भी 4-5 प्रशादे छके, जलेब छक लै, खीर चौल छक लै, हुण सौंबो संगत ना, हुण हाजरी लाओ तकड़े हो, तां फिर ये अमृत बन जाना सब कुछ। गज के कहो, गुर सिखां की हर तोड़ दे, गुर सिखा की हर तोड़ दे, गुर सिखा, गुर सिखा हम पापी पीगत पाहे, गुर सिखा की हर तोड़ दे, गुर सिखा की हर तोड़ दे, हम पापी पीगत, गुर सिखा, गुर सिखा। भैनों तुहाडे वालों आवाज नहीं आउंदी, गज के कहो मेरियां भैणां, गुर सिखा की हर तोड़ दे, गुर सिखा की हर तोड़ दे, गुर सिखा की हर, गुर सिखा हम पापी पीगत पाहे, गुर सिखा की हर तोड़ दे, गुर सिखा की हर तोड़ दे, हम पापी पीगत, गुर सिखा, गुर सिखा
ਤੋੜ ਦੇ। ਸਤਿਗੁਰੂ ਕਿਰਪਾ ਕਰਨ ਤੁਹਾਡੀ ਸਾਰਿਆਂ ਦੀ ਹਾਜ਼ਰੀ ਦਰਗਾਹੀ ਪ੍ਰਵਾਨ ਹੋਵੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸਾਰੀਆਂ ਸੰਗਤਾਂ ਦਾ ਧੰਨਵਾਦ। ਕੋਟਾਨ ਕੋਟ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਜੋ ਤਰੁੱਟ ਕੇ ਬਖਸ਼ਿਸ਼ਾਂ ਕਰਦੇ ਨੇ। ਪ੍ਰਬੰਧਕਾਂ ਦਾ ਧੰਨਵਾਦ। ਅਕਾਲ ਚੈਨਲ ਵਾਲਿਆਂ ਦਾ, ਗੁਰਮੁਖ ਪਿਆਰਿਆਂ ਦਾ ਧੰਨਵਾਦ ਹੈ ਜੋ ਦੂਰ ਦੁਰੇਡੇ ਤੱਕ ਇਸ ਅਸਥਾਨ ਦੀ ਵਡਿਆਈ ਮਹਿਮਾ ਕਥਾ ਕੀਰਤਨ ਦੇ ਰਾਹੀਂ ਸੰਗਤਾਂ ਨੂੰ ਜੋੜ ਰਹੇ ਹਨ। ਸਾਧ ਸੰਗਤ ਸਭ ਨੂੰ ਬੇਨਤੀ ਹੈ, ਸਵੇਰੇ ਉੱਠਦਿਆਂ ਸਾਰ 5-10 ਮਿੰਟ ਗੁਰੂ ਦੇ ਮੰਤਰ ਦਾ ਜਾਪ ਜ਼ਰੂਰ ਕਰਿਆ ਕਰੋ। ਵਾਹਿਗੁਰੂ ਗੁਰਮੰਤਰ ਜਾਂ ਮੂਲ ਮੰਤਰ, ਤਾਂ ਜੋ ਤੁਹਾਡੇ ਘਰਾਂ ਵਿੱਚ ਸਿੱਖੀ ਵਧੇ। ਤੇ ਕਿਸਾਨ ਵੀਰਾਂ ਨੂੰ ਮੇਰੀ ਬੇਨਤੀ ਹੈ, ਮੇਰੇ ਭਰਾਵਾਂ ਨੂੰ, ਤੁਸੀਂ ਆਉਣ ਵਾਲੇ ਹਫ਼ਤੇ ਵਿੱਚ ਪੂਰਾ ਸੰਜਮ ਰੱਖਣਾ। ਕਿਸੇ ਤਰ੍ਹਾਂ ਦੀ ਨੌਜਵਾਨਾਂ ਨੇ ਕਾਹਲੀ ਨਹੀਂ ਕਰਨੀ। ਬਜ਼ੁਰਗਾਂ ਕੋਲ ਹੋਸ਼ ਹੁੰਦਾ ਹੈ, ਨੌਜਵਾਨਾਂ ਕੋਲ ਜੋਸ਼। ਉਹਨਾਂ ਦੀ ਅਗਵਾਈ ਵਿੱਚ, ਜੇ ਹੋਸ਼ ਦੀ ਅਗਵਾਈ ਵਿੱਚ ਜੋਸ਼ ਚੱਲੇ ਤਾਂ ਸਾਧ ਸੰਗਤ ਝੰਡੇ ਝੂਲ ਜਾਂਦੇ ਨੇ, ਤੇ ਜੇ ਇਕੱਲਾ ਜੋਸ਼ ਰਹਿ ਜਾਏ ਕਈ ਵਾਰ ਧੋਖਾ ਖਾ ਜਾਈਦਾ। ਇਸ ਲਈ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਪਲੈਨਿੰਗਾਂ ਹੋਣਗੀਆਂ, ਰੌਲੇ ਪਾਏ ਜਾਣਗੇ। ਲਓ ਜੀ, ਕੋਲਾ ਮੁੱਕ ਚੱਲਾ ਪੰਜਾਬ ਵਿੱਚ, ਤੇਲ ਮੁੱਕ ਚੱਲਾ। ਉਹਨਾਂ ਨੂੰ ਪੁੱਛੋ ਜੇ ਤੇਲ ਕਿਵੇਂ ਮੁੱਕ ਜਾਏ? ਜਿਹੜਾ ਤੁਸੀਂ ਪਾਈਪਲਾਈਨ ਪਾਈ ਹੋਈ ਹੈ, ਤੇਲ ਕਿਹੜਾ ਹੁਣ ਉਹਨਾਂ ਟ੍ਰੇਨਾਂ ਦੇ ਵਿੱਚ ਆਉਣਾ? ਪਾਈਪਲਾਈਨ ਹੀ ਨਹੀਂ ਆਉਂਦਾ। ਬਹੁਤ ਕੁਝ ਹੋਣਾ, ਬੜਾ ਕੁਝ ਮੁਕਾਇਆ ਜਾਣਾ। ਤੇ ਸਾਧ ਸੰਗਤ ਜਾਂ ਤਾਂ ਫਿਰ ਦ੍ਰਿੜਤਾ ਰੱਖਿਓ। ਇਹ ਉਹ ਕੌਮ ਹੈ ਜਿਹੜੀ ਖੰਨੀ ਖੰਨੀ ਤੇ ਗੁਜ਼ਾਰਾ ਕਰ ਲੈਂਦੀ, ਅੱਧੇ ਅੱਧੇ ਪ੍ਰਸ਼ਾਦੇ ਤੇ। ਕੋਈ ਗੱਲ ਨਹੀਂ, ਨਾ ਕਿਤੇ ਜਾਵਾਂਗੇ ਤੇਲ ਮੁੱਕ ਜੂ, ਘਾਟੇ ਚੱਲ ਜਾਂਗੇ, ਵੰਡ ਕੇ ਛਕ ਲਾਂਗੇ, ਥੋੜਾ ਛਕ ਲਾਂਗੇ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅਰਦਾਸ ਕਰਿਓ, ਪਾਤਸ਼ਾਹ ਸਾਨੂੰ ਚੜ੍ਹਦੀ ਕਲਾ ਬਖਸ਼ਿਓ। ਇਹ ਤਾਂ ਹੋਣੀ ਹੈ, ਜੁੜ ਕੇ ਬਾਣੀ ਨਾਲ ਰਿਓ, ਹੋਰ ਕਿਸੇ ਤਰੀਕੇ ਨਾਲ ਨਹੀਂ। ਵੱਧ ਤੋਂ ਵੱਧ ਘਰਾਂ 'ਚ ਬਾਣੀ ਪੜ੍ਹੋ, ਨਾਮ ਜਪੋ। ਆਪਣੇ ਗੁਰਸਿੱਖਾਂ ਨੂੰ, ਬੱਚਿਆਂ ਨੂੰ ਸਿੱਖੀ ਵਾਸਤੇ ਪ੍ਰੇਰਨਾ ਕਰੋ। ਘਰਾਂ ਦੇ ਵਿੱਚ ਬਾਣੀ ਜ਼ਰੂਰ ਪੜ੍ਹਿਆ ਕਰੋ। ਮੇਰਾ ਵਿਸ਼ਵਾਸ ਹੈ ਇੱਕ ਜਪਜੀ ਸਾਹਿਬ ਦਾ ਪਾਠ ਵੀ ਸਿੱਖ ਨੂੰ ਗੁਰੂ ਦੀ ਸਿੱਖੀ ਨਾਲ ਜੋੜ ਕੇ ਰੱਖਦਾ ਹੈ। ਘੱਟੋ ਘੱਟ ਹਰ ਬੰਦੇ, ਚਾਹੇ ਉਹ ਕੇਸਾਧਾਰੀ ਹੈ ਚਾਹੇ ਨਹੀਂ ਵੀ ਕੇਸ ਰੱਖੇ, ਜਪਜੀ ਸਾਹਿਬ ਦਾ ਪਾਠ ਜ਼ਰੂਰ ਪੜ੍ਹੇ, ਤਾਂ ਜੋ ਗੁਰੂ ਨਾਨਕ ਸਾਹਿਬ ਦੀ ਸਿੱਖੀ ਦੇ ਅੰਸ਼ ਉਹਦੇ ਅੰਦਰ ਚੜ੍ਹਦੀ ਕਲਾ ਨਾਲ ਸਿੱਖੀ ਵਧੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਢਾਡੀ ਜਥੇ ਨੂੰ ਜੀ ਆਇਆਂ। ਅਗਲਾ ਪ੍ਰੋਗਰਾਮ ਗਿਆਨੀ ਜੀ ਤੋਂ ਸਰਵਣ ਕਰੋ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।